बोले सोने हाल सासवी अकाल। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਰਾਜ ਬੈਂਸ ਦੇ ਨਾਲ। ਐਵਰੀ ਟਿਊਜ਼ਡੇ 11 to 12 o'clock ਬਹੁਤ ਇੰਟਰਸਟਿੰਗ ਪ੍ਰੋਗਰਾਮ ਹੁੰਦਾ, ਵੈਰੀ ਇਨਫੋਰਮੇਟਿਵ। ਅਗਰ ਤੁਹਾਨੂੰ ਕੋਈ ਬਿਮਾਰੀ ਵੀ ਨਹੀਂ ਹੈਗੀ, ਵੈਰੀ ਲੱਕੀ, ਵੈਰੀ ਫੋਰਚੂਨੇਟ। ਪਰ ਮੈਂ ਚਾਹਾਂਗਾ ਪਲੀਜ਼ ਤੁਸੀਂ ਪ੍ਰੋਗਰਾਮ ਦੇਖਿਆ ਕਰੋ, ਬੜਾ ਐਜੂਕੇਸ਼ਨ ਹੁੰਦਾ ਹੈ, ਤੁਹਾਨੂੰ ਸਮਝ ਪੈ ਜਾਂਦੀ ਹੈ ਕਿ ਹਾਂ ਮੈਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਹੋ ਗਿਆ। ਕਈ ਦਫਾ ਜਦੋਂ ਅੱਜ ਜਿਹੜਾ ਮੈਨੂੰ ਲੱਗਦਾ ਟੌਪਿਕ ਹੈਗਾ ਵੈਰੀ ਮਚ ਡੂ ਵਿਦ ਐਂਗਜ਼ਾਇਟੀ ਵਗੈਰਾ, ਕਿ ਅਸੀਂ ਵਰੀ ਦੇ ਨਾਲ ਜ਼ਿਆਦਾ ਬਿਮਾਰ ਹੁੰਦੇ ਐਕਚੁਅਲੀ ਬਿਮਾਰੀ ਨਾਲੋਂ। ਚਲੋ ਮੈਂ ਆਪਣੇ ਡਾਕਟਰ ਦਾ ਪਹਿਲਾਂ ਸਵਾਗਤ ਕਰਕੇ ਫਿਰ ਅਸੀਂ ਅੱਗੇ ਗੱਲਬਾਤ ਕਰਾਂਗੇ। ਡਾਕਟਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਥੈਂਕ ਯੂ ਵੈਰੀ ਮਚ। ਅੱਜ ਅਸੀਂ ਫਿਰ ਦੇਖੋ, ਤੁਹਾਨੂੰ ਪਤਾ ਲਾਕਡਾਊਨ ਕਰਕੇ ਹਾਲੇ ਟਰੈਵਲਿੰਗ ਬੜੀ ਦੂਰ ਰਹਿੰਦੇ ਨੇ ਡਾਕਟਰ। ਮੈਂ ਬੇਸ਼ੱਕ ਕਹਿੰਦਾ ਹੁੰਦਾ ਕਿ ਸਾਡੀ ਕਮਿਟਮੈਂਟ ਕਾਲ ਚੱਲਣ ਦੀ, ਨਾਲੇ ਡਾਕਟਰ ਸਾਹਿਬ ਦੀ ਕਮਿਟਮੈਂਟ ਹੈਗੀ ਹੈ ਕਿ ਜਿੱਥੇ ਵੀ ਕੋਸ਼ਿਸ਼ ਹੋ ਸਕੇ ਅਸੀਂ ਪ੍ਰੋਗਰਾਮ ਜਾਂ ਸਟੂਡੀਓ ਤੋਂ ਕਰਾਂਗੇ ਜਾਂ ਅਸੀਂ ਤੁਹਾਡਾ ਵੀਡੀਓ ਕਾਲ ਕਰਦੇ ਹਾਂ, ਜੋ ਕਿ ਅੱਜ ਹੋ ਰਿਹਾ। ਡਾਕਟਰ ਸਾਹਿਬ ਥੈਂਕ ਯੂ ਸੋ ਮਚ। ਅੱਜ ਦਾ ਮੁੱਦਾ ਕੋਈ ਵੀ ਅਸੀਂ ਡਿਸਕਸ ਕਰਾਂ, ਮੇਰੇ ਪਾਸ ਇੱਕ ਸਵਾਲ ਹੈਗਾ, ਜੇ ਤੁਸੀਂ ਉਹਦਾ ਜਵਾਬ ਦੇ ਸਕੋ। ਕੋਈ ਲੇਡੀ ਹੈਗੀ ਹੈ ਐਂਡ I don't know whether she got some other medical ਕੋਈ ਇਸ਼ੂਜ਼ ਹੈਗੇ ਕਿ ਨਹੀਂ ਹੈਗੇ। ਉਹਨਾਂ ਨੂੰ I don't know since how long ਉਹਨਾਂ ਨੂੰ ਨਾ ਠੰਡੀ ਲੱਗਦੀ ਹੈ, ਇੱਕਦਮ ਪਾਲਾ ਲੱਗਦਾ ਹੈ, ਅਤੇ ਥੋੜ੍ਹੀ ਦੇਰ ਬਾਅਦ either she feels better ਔਰ ਉਹਨਾਂ ਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਦਾ। she been to the hospital, ਟੈਸਟ ਹੋ ਰਹੇ ਨੇ and she's still going back to the hospital। ਇਹਦਾ ਕੀ ਹੋ ਸਕਦਾ, ਕੀ what's the problem like the hospital ਵਾਲੀ ਕੋਈ ਸਮਝ ਨਹੀਂ ਪੈ ਰਹੀ। ਹਾਂਜੀ, ਸੋ ਭਾਜੀ ਪੂਰੀ ਜਾਣਕਾਰੀ ਲੈ ਕੇ ਹਨਾ ਇਹਦਾ ਜਵਾਬ ਦੇ ਸਕਦੇ ਆ। ਸੋ ਇਹ ਥੋੜੀ ਜਿਹੀ ਇਨਫੋਰਮੇਸ਼ਨ ਆ, ਤੇ ਪੂਰੀ ਜਦੋਂ ਇਨਵੈਸਟੀਗੇਸ਼ਨ ਹੋਣਗੇ ਨਾ ਫਿਰ ਅਸਲੀ ਪਤਾ ਲੱਗੇਗਾ। ਪਰ ਕਈ ਵਾਰੀ ਏਦਾਂ ਗੱਲ ਆ ਵੀ ਇਨਵੈਸਟੀਗੇਸ਼ਨ ਵੀ ਸਾਰੇ ਹੋ ਜਾਂਦੇ, ਫਿਰ ਵੀ ਇਹਨਾਂ ਨੂੰ ਲੱਭਦਾ ਹੈਗਾ ਵੀ ਕੀ ਪ੍ਰੋਬਲਮ ਆ। ਤੇ ਜਿਹੜੀ ਇਹ ਥੋੜੀ ਜਿਹੀ ਪਹਿਲਾਂ ਚਿੱਲ ਹੁੰਦੀ ਹੈ, ਸ਼ਿਵਰਿੰਗ ਹੁੰਦਾ ਆ, ਤੇ ਬਾਅਦ 'ਚ ਫਿਰ ਪਸੀਨਾ ਆ ਜਾਂਦਾ ਹੈ। ਇਹ ਹੋ ਸਕਦਾ ਵੀ ਕੋਈ ਡੀਪ ਲਾਇੰਗ ਇਨਫੈਕਸ਼ਨ ਹੈਗੀ ਆ। ਹਾਂਜੀ, ਇਹ ਹੁੰਦੀ ਲੋ ਗ੍ਰੇਡ ਇਨਫੈਕਸ਼ਨ ਇਹਨੂੰ ਕਹਿੰਦੇ ਆ, ਯਾਨੀ ਕਿ ਇੱਕਦਮ ਸਵੇਅਰ ਨਹੀਂ ਹੈਗੀ, ਜ਼ਿਆਦਾ ਨਹੀਂ ਹੈਗੀ ਇਨਫੈਕਸ਼ਨ, ਪਰ ਉਹ ਬਹੁਤ ਲੋ ਲੈਵਲ ਤੇ ਆ। ਤੇ ਹੋ ਸਕਦਾ ਕਿਸੇ ਡੂੰਘੇ ਔਰਗਨ ਵਿੱਚ ਹੋਵੇ, ਤੇ ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ, ਵਾਇਰਸ ਵੀ ਹੋ ਸਕਦਾ, ਬੈਕਟੀਰੀਆ ਵੀ ਹੋ ਸਕਦਾ ਆ, ਕੋਈ ਪੈਰਾਸਾਈਟ ਹੋ ਸਕਦਾ ਹੈ, ਜਾਂ ਕਿ ਮੋਲਡ। ਹਾਂਜੀ, ਮੋਲਡ ਜਿਹਨੂੰ ਆਪਾਂ ਪੋਲੀ ਕਹਿ ਦਿੰਦੇ, ਮੋਲਡ ਟਾਈਪ। ਤੇ ਇਦਾਂ ਦੇ ਕਈ ਡਿਫਰੈਂਟ ਤਰ੍ਹਾਂ ਦੇ ਕੋਜ਼ ਹੋ ਸਕਦੇ ਆ। ਤੇ ਇਹ ਈਜ਼ੀ ਨਹੀਂ ਹੈਗੀ ਟ੍ਰੀਟਮੈਂਟ ਕਰਨ ਲਈ, ਪਰ ਇਹਦਾ ਮਤਲਬ ਹੈਗਾ ਵੀ ਉਹਦੀ ਬਾਡੀ ਜਿਹੜੀ ਹੈ ਡੀਟੌਕਸ ਕਰਨੀ ਪੈਂਦੀ ਹੈ। ਡਾਕਟਰ ਸਾਹਿਬ ਕਈ ਦਫਾ ਜਦੋਂ ਨਾ ਤੁਸੀਂ ਇੱਦਾਂ ਦਾ ਇਸ਼ੂ ਹੁੰਦਾ, ਬੇਸ਼ੱਕ ਉਹ ਲੇਡੀ ਨੇ ਕਿਹਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਠੰਡ ਲੱਗਦੀ ਹੈ, ਫਿਰ ਥੋੜ੍ਹੀ ਬਹੁਤ ਕਦੀ ਪਸੀਨਾ ਆਉਂਦਾ ਕਿ ਨਹੀਂ ਆਉਂਦਾ, ਕੋਈ ਦੁੱਖ ਕੋਈ ਤਕਲੀਫ ਨਹੀਂ ਹੈ, ਲੇਕਿਨ ਸਟਿਲ ਇਟਸ ਵਰਿੰਗ। ਜਦੋਂ ਹੌਸਪੀਟਲ ਕਹਿੰਦਾ ਕਿ ਸਾਨੂੰ ਸਮਝ ਨਹੀਂ ਆ ਰਹੀ, ਅਤੇ ਬੰਦਾ ਤਾਂ ਉਹਦੇ ਨਾਲ ਹੀ ਉੱਦਾਂ ਬਿਮਾਰ। ਅਸੀਂ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ, ਅਸੀਂ ਐਂਗਜ਼ਾਇਟੀ ਉੱਪਰ ਵੀ ਹੈਗਾ, ਅਤੇ ਉਹਦੇ ਬਾਰੇ ਵੀ ਗੱਲ ਕਰਾਂਗੇ। ਅਤੇ ਇਹਦੇ ਵਿੱਚ ਜਦੋਂ ਬਹੁਤ ਐਂਗਜ਼ਾਇਟੀ ਹੋ ਜਾਂਦੀ ਹੈ, ਸੋਚਦੇ ਨੇ, ਉਹਦਾ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ। ਬਿਲਕੁਲ, ਹਾਂਜੀ। ਤੇ ਐਕਚੁਅਲੀ ਪ੍ਰੋਗਰਾਮ ਦਾ ਅੱਜ ਮੁੱਦਾ ਹੈਗਾ ਡਿਪਰੈਸ਼ਨ, ਨਾਟ ਸੋ ਮਚ ਐਂਗਜ਼ਾਇਟੀ। ਹਾਂਜੀ, ਤੇ ਏਦਾਂ ਹੈ ਕਿ ਬੰਦਾ ਜਦੋਂ ਲੰਬੀ ਹੋ ਜਾਂਦੀ ਬਿਮਾਰੀ ਤੇ ਲੱਭਦਾ ਨਹੀਂ ਕਾਜ਼, ਕੋਈ ਕੁਛ ਡਾਕਟਰਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕੀ ਐਕਚੁਅਲੀ ਪ੍ਰੋਬਲਮ ਹੈਗਾ ਤੇ ਕੀ ਇਹਦਾ ਇਲਾਜ ਕਰੀਏ, ਤੇ ਉਹ ਕਈ ਚਿਰ ਬੰਦਾ ਬਿਮਾਰ ਰਹਿੰਦਾ ਤੇ ਹੌਲੀ ਹੌਲੀ ਡਿਪਰੈਸ਼ਨ ਚੱਲ ਜਾਂਦਾ ਹੈ। ਹਾਂਜੀ, ਉਹ ਕਹਿੰਦੇ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਨੂੰ ਕੀ ਪ੍ਰੋਬਲਮ ਹੈ, ਨਾ ਇਹਦਾ ਕੋਈ ਇਲਾਜ ਦਿੰਦੇ ਆ, ਕੋਈ ਦਵਾਈ ਨਹੀਂ ਦਿੰਦੇ ਹੈਗੇ, ਤੇ ਉਹ ਹੌਲੀ ਹੌਲੀ ਡਿਪਰੈਸ਼ਨ 'ਚ ਬੰਦੇ, ਕਈ ਲੋਕ ਏਦਾਂ ਹੁੰਦੇ ਜਦੋਂ ਬਿਮਾਰੀ ਲੌਂਗ ਟਾਈਮ ਚੱਲੀ ਜਾਂਦੀ ਆ, ਉਹ ਡਿਪਰੈਸ਼ਨ 'ਚ ਜਾਣ ਲੱਗ ਪੈਂਦੇ। ਬਿਲਕੁਲ ਬਿਲਕੁਲ। ਅਤੇ ਡਾਕਟਰ ਸਾਹਿਬ ਜ਼ਰਾ ਆਪਣਾ ਮੁੱਦਾ ਦੂਸਰਾ ਹੈਗਾ, ਅੱਜ ਆਪਾਂ ਡਿਪਰੈਸ਼ਨ ਬਾਰੇ ਗੱਲ ਕਰਨੀ, ਬ੍ਰੇਨ ਦਾ ਵੀ ਦਿਖਾਵਾਂਗੇ, ਕਲਿੱਪ ਦਿਖਾਵਾਂਗੇ ਹੁਣੇ। ਡਾਕਟਰ ਇੱਕ ਸਵਾਲ, ਅਸੀਂ ਬੜੀ ਦਫਾ ਡਾਇਬਟੀਜ਼ ਦੀ ਗੱਲ ਕਰ ਚੁੱਕੇ ਹਾਂ, ਲੇਕਿਨ ਮੈਨੂੰ ਕਾਫੀ ਕਾਲ ਆਉਂਦੇ, ਲੋਕ ਪੁੱਛਦੇ ਨੇ ਕਿ ਉਹ ਸਮਝਦੇ ਨੇ ਕਿ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਸੀ, ਡਾਇਬਟੀਜ਼ ਕਿੱਥੋਂ ਸਟਾਰਟ ਹੁੰਦੀ ਹੈ, ਪੈਂਕ੍ਰੀਅਸ ਤੋਂ ਹੁੰਦੀ ਹੈ, ਕਾਹਤੇ ਹੁੰਦੀ ਹੈ, ਉਹ ਕਿਉਂ ਹੁੰਦੀ ਹੈ। ਅਤੇ ਅਸੀਂ ਤੁਸੀਂ ਹਮੇਸ਼ਾ ਹਰ ਡਾਕਟਰ ਕਹਿੰਦੇ ਕਿ ਤੁਸੀਂ ਆਪਣੇ ਪੈਰਾਂ ਦਾ ਖਿਆਲ ਰੱਖੋ ਕਿ ਉੱਥੇ ਕੋਈ ਸੱਟ ਨਹੀਂ ਲੱਗਣੀ ਚਾਹੀਦੀ, ਉਹ ਵੀ ਅੰਡਰਸਟੈਂਡ ਕਰਦੇ ਨੇ। ਲੇਕਿਨ ਇੱਕ ਚੀਜ਼ ਹੈਗੀ ਹੈ, ਪੈਰ ਜਿਹੜੇ ਥੱਲਿਓਂ ਲਾਈਕ ਜਿੱਦਾਂ ਹੌਟ ਪਲੇਟ ਹੁੰਦੀ, ਇੱਦਾਂ ਗਰਮ ਕਿਉਂ ਹੋ ਜਾਂਦੇ ਹੋ? ਹਾਂਜੀ ਭਾਜੀ, ਜਿੱਦਾਂ ਮੈਂ ਦੱਸਿਆ ਸੀ ਵੀ ਉਹ ਸ਼ੂਗਰ ਜ਼ਿਆਦਾ ਖੂਨ ਵਿੱਚ ਹੋਣ ਦੇ ਨਾਲ ਤੇ ਇਨਸੂਲਿਨ ਜ਼ਿਆਦਾ ਰਿਲੀਜ਼ ਹੋਣ ਦੇ ਨਾਲ, ਤੇ ਉਹ ਹੌਲੀ ਹੌਲੀ ਜਿਹੜੇ ਨਰਵਸ ਆ ਨਾ, ਉਹ ਡੈਮੇਜ ਹੋਣ ਲੱਗ ਪੈਂਦੇ ਭਾਜੀ। ਤੇ ਉਹ ਜਦੋਂ ਨਰਵਸ ਡੈਮੇਜ ਹੋ ਜਾਂਦੇ ਆ
ਤਾਂ ਉਹਨਾਂ ਦੇ ਵਿੱਚ ਸਾੜ ਲੱਗਣ ਲੱਗ ਪੈਂਦੀ ਹੈ, ਬਰਨਿੰਗ ਫੀਲਿੰਗ ਆਉਂਦੀ, ਜਾਂ ਉਹਦੀ ਪਿੰਸ ਐਂਡ ਨੀਡਲਸ ਜਿੱਦਾਂ ਸੂਈਆਂ ਚੁਭਦੀਆਂ ਹੁੰਦੀਆਂ, ਇਦਾਂ ਦੀ ਫੀਲਿੰਗ ਆ ਸਕਦੀ, ਜਾਂ ਐਕਚੁਅਲੀ ਪੇਨਫੁਲ ਵੀ ਹੋ ਸਕਦੇ ਹੋ। ਤੇ ਸਿਰਫ ਨਰਵ ਡੈਮੇਜ ਕਰਕੇ ਹੈ। ਤੇ ਇਹਦੇ ਲਈ ਅਸੀਂ ਕੁਝ ਸਪਲੀਮੈਂਟਸ ਦੇਈਦੇ ਜਿਹੜੇ ਨਰਵਸ ਨੂੰ ਰਿਪੇਅਰ ਕਰ ਦੇਣ, ਪਰ ਉਹ ਜਿਹੜਾ ਸ਼ੂਗਰ ਹੈ ਉਹ ਵੀ ਕੰਟਰੋਲ ਵਿੱਚ ਰੱਖਣੀ ਜ਼ਰੂਰੀ ਹੈਗੀ ਆ। ਤੇ ਕਈ ਵਾਰੀ ਏਦਾਂ ਲੋਕ ਕਿਸੇ ਨੂੰ ਦੱਸਦੇ ਜੀ ਮੇਰੀ ਸ਼ੂਗਰ 10-11 ਤੇ ਰਹਿੰਦੀ ਆ ਪਰ ਮੈਂ ਠੀਕ ਹਾਂ, ਪਰ ਐਕਚੁਅਲੀ ਉਹ ਠੀਕ ਨਹੀਂ ਹੈਗੀ, ਕਿਉਂਕਿ ਸ਼ੂਗਰ ਹਾਈ ਹੋਣ ਦੇ ਨਾਲ ਹੌਲੀ ਹੌਲੀ ਉਹ ਨਾੜਾਂ ਜਿਹੜੀਆਂ ਡੈਮੇਜ ਹੁੰਦੀਆਂ ਰਹਿੰਦੀਆਂ, ਤੇ ਪਹਿਲਾਂ ਪਤਾ ਨਹੀਂ ਲੱਗਦਾ ਹੈਗਾ, ਤੇ ਉਹ ਹੌਲੀ ਹੌਲੀ ਪ੍ਰੋਗਰੈਸ ਹੁੰਦਾ ਹੈ, ਤੇ ਬਾਅਦ 'ਚ ਹੀ ਪਤਾ ਲੱਗਦਾ ਕਿ ਹੁਣ ਡੈਮੇਜ ਹੋ ਚੁੱਕਾ ਹੈ। ਪਰ ਇੱਕ ਚੀਜ਼ ਨਾ ਫਿਰ ਵੀ ਬੜਾ ਅੰਡਰਸਟੈਂਡਿੰਗ ਹੋ ਰਹੀ, ਤੁਸੀਂ ਨਾੜੀਆਂ ਵੀਕ ਹੋ ਜਾਂਦੀਆਂ, ਖੂਨ ਦੀ ਸਰਕੂਲੇਸ਼ਨ ਨਹੀਂ ਹੁੰਦੀ ਥੱਲੇ ਪੈਰਾਂ ਤੱਕ, ਉਹ ਤੇ ਅੰਡਰਸਟੈਂਡ ਹੁੰਦਾ, ਲੇਕਿਨ ਹੀਟ ਕੌਣ ਪ੍ਰੋਡਿਊਸ ਕਰਦਾ ਉਹ ਬੜੀ ਸਮਝ ਨਹੀਂ ਲੋਕਾਂ ਦੀ ਆਉਂਦੀ। ਕਿ ਕਈ ਦਫਾ ਪੈਰ ਇੰਨੇ ਗਰਮ ਹੋ ਜਾਂਦੇ, ਇੱਦਾਂ ਲੱਗਦਾ ਕਿ ਤੁਸੀਂ ਨਾ ਕਿਸੇ ਗਰਮ ਜਗ੍ਹਾ ਦੇ ਉੱਪਰ ਖੜੇ ਹੋਏ ਹੋ। ਸਮ ਪੀਪਲ ਆਰ ਰੀਅਲੀ ਇਨ ਪੇਨ, ਸਪੈਸ਼ਲੀ ਰਾਤ ਨੂੰ ਦੇ ਕਾਂਟ ਹੈਵ देयर ਫੀਟ ਇਨਟੂ ਦ ਡੂਬੇ ਦੇ ਵਿੱਚ ਬਾਹਰ ਕਰਕੇ ਸੌਂਦੇ ਨੇ। ਤੇ ਇਹਦਾ ਕੁਛ ਇਲਾਜ ਤੇ ਹੋਈ ਕਿ ਡਾਇਬੀਟੀ ਕੰਟਰੋਲ ਹੋਣੀ ਚਾਹੀਦੀ, ਕੁਛ ਠੰਡੇ ਕਿੱਦਾਂ ਕਰ ਸਕਦੇ ਨੇ ਪੈਰ? ਇਹ ਠੰਡੇ ਨਹੀਂ ਹੁੰਦੇ ਭਾਜੀ ਆਪਣੇ ਆਪ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਜਿੱਦਾਂ ਇੱਕ ਇਲੈਕਟ੍ਰਿਕ ਦੀ ਤਾਰ ਹੁੰਦੀ ਹੈ ਨਾ, ਗੱਬੇ ਉਹਦੇ ਮੈਟਲ ਹੁੰਦਾ ਆ, ਕਾਪਰ ਵਗੈਰਾ, ਤੇ ਉਹਦੇ ਆਲੇ ਦੁਆਲੇ ਪਲਾਸਟਿਕ ਚੜਾਈ ਹੁੰਦੀ ਹੈ ਨਾ, ਰਬੜ ਚੜਾਈ ਹੁੰਦੀ ਪ੍ਰੋਟੈਕਸ਼ਨ ਲਈ। ਇਸੇ ਤਰ੍ਹਾਂ ਤੁਹਾਡੀ ਜਿਹੜੀ ਨਰਵ ਆ ਇਦਾਂ ਹੀ ਆ, ਜਿਹੜਾ ਅੰਦਰਲਾ ਪਾਸਾ ਹੈ ਨਾ, ਉਹਦੇ ਵਿੱਚ ਹੀ ਨਰਵ ਦਾ ਇੰਪਲਸ ਜਾਂਦਾ, ਇਲੈਕਟ੍ਰੀਕਲ ਇੰਪਲਸ ਜਾਂਦਾ ਹੈ, ਜਿੱਦਾਂ ਤੁਸੀਂ ਆਪਣੇ ਮਸਲਸ ਨੂੰ ਕੰਟਰੋਲ ਕਰਨਾ, ਪੈਰਾਂ ਨੂੰ ਕੰਟਰੋਲ ਕਰਨਾ ਹੈ, ਤੇ ਉਹਦੇ ਉੱਤੇ ਉਹਨੂੰ ਸ਼ੀਥ ਹੋਇਆ ਜਿੱਦਾਂ ਪਲਾਸਟਿਕ ਹੁੰਦੀ ਹੈ, ਇਦਾਂ ਮਾਈਲਿੰਗ ਸ਼ੀਥ ਉਹਨੂੰ ਕਹਿੰਦੇ ਆ, ਉਹ ਪ੍ਰੋਟੈਕਸ਼ਨ ਕਰਦਾ ਹੈ, ਉਹ ਫਿਰ ਇਲੈਕਟ੍ਰਿਸਿਟੀ ਜਿਹੜੀ ਉਹ ਤੁਹਾਡੀ ਲੀਕ ਨਹੀਂ ਹੁੰਦੀ, ਹਾਂਜੀ। ਤੇ ਉਹ ਮਾਈਲਿੰਗ ਸ਼ੀਥ ਜਿਹੜਾ ਉਹ ਡੈਮੇਜ ਹੋ ਜਾਂਦਾ ਡਾਇਬੀਟਿਕਸ ਵਿੱਚ, ਤੇ ਜਦੋਂ ਡੈਮੇਜ ਹੋ ਜਾਂਦਾ ਫਿਰ ਉਹ ਐਕਸਪੋਜ਼ ਹੋ ਜਾਂਦੀ ਨਰਵ, ਹਾਂਜੀ। ਐਗਜ਼ੈਕਟਲੀ ਏਦਾਂ ਹੀ ਜਿੱਦਾਂ ਇਲੈਕਟ੍ਰਿਕ ਤਾਰ ਹੁੰਦੀ ਏਦਾਂ ਹੀ ਆ, ਉਹ ਵੀ ਫਿਰ ਬਰਨਿੰਗ ਸੈਂਸੇਸ਼ਨ ਹੁੰਦੀ ਹੈ। ਭਾਜੀ ਇੱਕ ਬੜੀ ਅੱਛੀ ਗੱਲ ਹੈ, ਥੋੜਾ ਜੋਕ ਨਹੀਂ ਹੈਗਾ, ਲੇਕਿਨ ਮੈਨੂੰ ਅੱਛਾ ਲੱਗਿਆ ਕਿ ਲੇਡੀ ਨੇ ਜਦੋਂ ਮੈਨੂੰ ਐਕਸਪਲੇਨ ਕੀਤਾ, ਉਹਦੀ ਸੈਂਸ ਆਫ ਹਿਊਮਰ ਤੇ ਮੈਨੂੰ ਬੜਾ ਹਾਸਾ ਆਇਆ। ਕਹਿੰਦੀ ਮੇਰੇ ਪੈਰ ਇੰਨੇ ਗਰਮ ਹੋ ਜਾਂਦੇ ਮੈਂ ਰੋਟੀ ਰਾੜ ਸਕਦੀ ਉਹਨਾਂ ਦੇ ਉੱਪਰ। ਯੂ ਨੋ ਐਟ ਲੀਸਟ ਸੈਂਸ ਆਫ ਹਿਊਮਰ ਹੈਗੀ ਹੈ, ਠੀਕ ਹੈ, ਸ਼ੀ ਇਜ਼ ਟੇਕਿੰਗ ਇਟ ਮੋਰ ਪੋਜ਼ਿਟਿਵ, ਜਿਹੜਾ ਕਿ ਹਰ ਬਿਮਾਰੀ ਦੇ ਵਿੱਚ ਪੋਜ਼ਿਟਿਵ ਰਹਿਣਾ ਬਹੁਤ ਚੰਗੀ ਗੱਲ ਹੈ। ਤੇ ਅਸੀਂ ਹਮੇਸ਼ਾ ਕਹਿੰਦੇ ਨੇ ਆਲਵੇਜ਼ ਸਟੇ ਪੋਜ਼ਿਟਿਵ। ਕਈ ਬੰਦੇ ਵੀ ਇੱਕਦਮ ਟੁੱਟ ਜਾਂਦੇ ਨੇ, ਕਾਹਦਾ ਕੀ ਚੀਜ਼ ਹੈਗੀ ਮੇਰੇ ਕੋਈ ਅੱਗੇ ਪਿੱਛੇ ਨਹੀਂ ਹੈਗਾ। ਇੱਕ ਚੀਜ਼ ਜ਼ਰੂਰ ਹੈਗੀ ਹੈ, ਰੱਬ ਨੇ ਜ਼ਿੰਦਗੀ ਦਿੱਤੀ ਹੈ, ਦੈਟ ਇਜ਼ ਅ ਗੁੱਡ ਰੀਜ਼ਨ ਫॉर ਯੂ ਟੂ ਬੀ ਪੋਜ਼ਿਟਿਵ। ਹਾਂਜੀ ਭਾਜੀ, ਦੇਖਣਾ ਪੈਂਦਾ ਵੀ ਦੇਖੋ ਹੋਰ ਸਾਡੇ ਨਾਲੋਂ ਲੋਕੀ ਜਿਹੜੇ ਆ ਤੇ ਕਈ ਵਰਸ ਆਫ ਬਹੁਤ ਆ, ਹਨਾ, ਕਿਸੇ ਦੀ ਲੱਤ ਨਹੀਂ ਹੈਗੀ, ਕਿਸੇ ਦੀ ਬਾਂਹ ਨਹੀਂ ਹੈਗੀ, ਤੇ ਫਿਰ ਉਹ ਵੀ ਆਪਣਾ ਗੁਜ਼ਾਰਾ ਕਰਦੇ ਆ, ਉਹਨਾਂ ਵੱਲ ਦੇਖਣਾ ਪੈਂਦਾ ਹੈ, ਹਨਾ। ਤੇ ਅਸੀਂ ਆਪਣੇ ਆਪ ਲਈ ਤਾਂ ਸੈਲਫ ਪਿਟੀ ਕਰਦੇ ਰਹਿੰਦੇ, ਫਿਰ ਮੇਰੇ ਕੋਲ ਆਹ ਨਹੀਂ ਹੈਗਾ, ਮੈਂ ਆਹ ਨਹੀਂ ਹੈਗਾ, ਮੈਂ ਆਹ ਬਿਮਾਰ ਆ, ਪਰ ਸਾਡੇ ਨਾਲੋਂ ਹੋਰ ਲੋਕੀ ਬਹੁਤ ਆ ਜਿਨ੍ਹਾਂ ਨੂੰ ਸਾਡੇ ਨਾਲ ਕਿਤੇ ਜ਼ਿਆਦਾ ਭੈੜੀਆਂ ਬਿਮਾਰੀਆਂ ਜਾਂ ਭੈੜਾ ਸਿਚੁਏਸ਼ਨ ਆ ਉਹਨਾਂ ਦੀ ਲਾਈਫ ਵਿੱਚ, ਸੋ ਉਹਨਾਂ ਵੱਲ ਦੇਖ ਕੇ ਸਾਨੂੰ ਹੌਸਲਾ ਲੈਣਾ ਪੈਂਦਾ, ਤੇ ਉਹ ਵੀ ਤਾਂ ਗੁਜ਼ਾਰਾ ਕਰਦੇ ਹੀ ਆ। ਭਾਜੀ ਇੱਕ ਹੋਰ ਨਾ ਬੜੇ ਮੈਨੂੰ ਲੋਕ ਕੰਟੈਕਟ ਕਰਦੇ ਨੇ, ਕਈ ਅੱਧੇ ਜਿੱਦਾਂ ਹੁਣ ਇਹਨਾਂ ਨੇ ਆਪਣੀ ਰੋਟੀ ਦੀ ਗੱਲ ਕੀਤੀ, ਤੇ ਕੋਈ ਹੋਰ ਇੱਦਾਂ ਗੱਲ ਕਰਦੇ ਦਿਲ ਨੂੰ ਛੂਹ ਜਾਂਦੇ ਨੇ। ਇੱਕ ਬੰਦੇ ਨੇ ਕਿਹਾ ਜੇ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਨਹੀਂ ਨਾ ਹੋਣਗੀਆਂ ਤੇ ਕੋਈ ਦੁਨੀਆ 'ਚ ਕੋਈ ਹੈਵਨ ਨਹੀਂ ਹੋਏਗਾ। ਦੈਟਸ ਵਾਈ ਵੀ ਲੁੱਕ ਫॉर ਦ ਹੈਵਨ, ਕਿ ਇਦੋਂ ਬਿਹਤਰ ਜਗ੍ਹਾ ਕੋਈ ਹੋਰ ਹੋਏਗੀ, ਉੱਥੇ ਅਸੀਂ ਜਾਵਾਂਗੇ। ਹਾਂਜੀ ਹਾਂਜੀ ਹਾਂਜੀ, ਨਹੀਂ ਠੀਕ ਹੈ ਭਾਜੀ। ਕਹਿੰਦੇ ਡਾਕਟਰ ਸਾਹਿਬ ਅੱਜ ਕਿਹੜੇ ਮੁੱਦੇ ਤੇ ਗੱਲ ਕਰ ਰਹੇ ਹੋ ਤੁਸੀਂ? ਹਾਂਜੀ ਭਾਜੀ, ਡਿਪਰੈਸ਼ਨ ਹੈ ਅੱਜ। ਵੈਰੀ ਗੁੱਡ, ਠੀਕ ਹੈ ਭਾਜੀ। ਹਾਂਜੀ, ਸੋ ਡਿਪਰੈਸ਼ਨ ਜਿਹੜਾ ਹੈ ਇਹ ਬੰਦਾ ਉਦਾਸੀ 'ਚ ਚਲੇ ਜਾਂਦਾ, ਤੇ ਇਹ ਥੋੜਾ ਵੀ ਹੋ ਸਕਦਾ ਹੈ ਡਿਪਰੈਸ਼ਨ, ਜਾਂ ਮੀਡੀਅਮ ਜਿਹਾ ਵੀ ਹੋ ਸਕਦਾ, ਜਾਂ ਬਹੁਤ ਜ਼ਬਰਦਸਤ ਵੀ ਹੋ ਸਕਦਾ। ਤੇ ਇਹਦੇ ਸਟੇਜਸ ਹੁੰਦੇ ਆ, ਤੇ ਕਈ ਵਾਰੀ ਥੋੜਾ ਡਿਪਰੈਸ਼ਨ ਹੋਣ ਲੱਗ ਪੈਂਦਾ ਹੈ, ਤੇ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੀ ਮੈਨੂੰ ਡਿਪਰੈਸ਼ਨ ਆ, ਤੇ ਹੌਲੀ ਹੌਲੀ ਵੱਧਦਾ ਰਹਿੰਦਾ। ਤੇ ਏਦਾਂ ਫਿਰ ਸਾਡੀ ਜਿਹੜੀ ਏਸ਼ੀਅਨ ਕਮਿਊਨਿਟੀ ਆ ਉਹਦੇ ਵਿੱਚ ਜਿਹੜਾ ਡਿਪਰੈਸ਼ਨ ਹੈ ਉਹਨੂੰ ਬਿਮਾਰੀ ਨਹੀਂ ਗਿਣਿਆ ਜਾਂਦਾ। ਅਨਫੋਰਚੂਨੇਟਲੀ ਜਦੋਂ ਕੋਈ ਡਿਪਰੈਸ਼ਨ ਜਾਂਦਾ ਹੈ ਤੇ ਉਹ ਫੈਮਿਲੀ ਮੈਂਬਰ ਕਹਿੰਦੇ ਲੈ ਤੈਨੂੰ ਕੀ ਹੋਇਆ, ਐਵੇਂ ਤੂੰ ਇੱਥੇ ਬੈਠਾ ਰਹਿੰਦਾ ਹੈ। ਉਹਨਾਂ ਨੂੰ ਸਾਡੀ ਕਮਿਊਨਿਟੀ ਵਿੱਚ ਘੱਟ ਸਮਝ ਹੈ ਡਿਪਰੈਸ਼ਨ ਬਾਰੇ, ਵੀ ਐਕਚੁਅਲੀ ਇਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ, ਤੇ ਸਾਨੂੰ ਇਹਦੇ ਬਾਰੇ ਖਿਆਲ ਰੱਖਣਾ ਚਾਹੀਦਾ ਕਿ ਜਦੋਂ ਹੌਲੀ ਹੌਲੀ ਸ਼ੁਰੂ ਹੁੰਦੀ ਡਿਪਰੈਸ਼ਨ, ਤੇ ਇਹਦੇ ਬਾਰੇ ਕੋਈ ਨਾ ਕੋਈ ਸਟੈਪ ਲੈਣਾ ਚਾਹੀਦਾ। ਤੇ ਪਹਿਲੀ ਗੱਲ ਤਾਂ ਹੈਗੀ ਵੀ ਜਦੋਂ ਡਿਪਰੈਸ਼ਨ ਸ਼ੁਰੂ ਹੁੰਦਾ ਹੈ ਤੇ ਬੰਦੇ ਨੂੰ ਖੁਸ਼ੀ ਨਹੀਂ ਆਉਂਦੀ, ਤੇ ਉਹਨੂੰ ਕੋਈ ਮਜ਼ਾ ਨਹੀਂ ਆਉਂਦਾ ਕਿਸੇ ਚੀਜ਼ ਦਾ। ਤੇ ਜਿਹੜੇ ਪਹਿਲਾਂ ਕੋਈ ਕੰਮ ਕਰਦੇ ਹੁੰਦੇ ਸੀ ਜਿੱਥੇ ਖੁਸ਼ੀ ਹੁੰਦੀ ਸੀ ਜਾਂ ਕੋਈ ਮਜ਼ਾ ਹੁੰਦਾ ਸੀ,
ਤੇ ਉਹ ਹੁਣ ਉਸੇ ਚੀਜ਼ਾਂ ਕਰਨੀਆਂ, ਉਹੀ ਕੰਮ ਕਰਨੇ, ਪਰ ਉਹ ਮਜ਼ਾ ਨਹੀਂ ਆਉਂਦਾ, ਉਹਨਾਂ ਨੂੰ ਕੋਈ ਖੁਸ਼ੀ ਨਹੀਂ ਆਉਂਦੀ ਫਿਰ ਵਿੱਚ, ਤੇ ਉਹਨਾਂ ਦੀ ਕੋਈ ਇੰਟਰਸਟ ਨਹੀਂ ਰਹਿੰਦੀ ਹੈਗੀ ਵੀ ਮੈਂ ਆਹ ਕੰਮ ਕਰਾਂ, ਮੈਂ ਆਹ ਕਰਨਾ ਚਾਹੁੰਦਾ, ਤੇ ਦਿਲਚਸਪੀ ਜਿਹੜੀ ਉਹ ਜਾਂਦੀ ਲੱਗਦੀ ਹੈ। ਤੇ ਜੇ ਆਪਾਂ ਥੋੜ੍ਹਾ ਜਿਹਾ ਕਲਿੱਪ ਦੇਖੀਏ ਤੇ ਫਿਰ ਆਪਾਂ ਥੋੜ੍ਹਾ ਜਿਹਾ ਹੋਰ ਸਮਝਾਵਾਂਗੇ ਉਹਦੇ ਬਾਰੇ। ਇਹ ਹੈਗਾ ਕ੍ਰਾਸ ਸੈਕਸ਼ਨ ਬ੍ਰੇਨ ਦਾ, ਤੇ ਇਹਦੇ ਵਿੱਚ ਕਈ ਖਾਸ ਏਰੀਏ ਆ ਜਿਨ੍ਹਾਂ ਦੇ ਵਿੱਚ ਫਰਕ ਪੈ ਜਾਂਦਾ ਹੈ ਜਦੋਂ ਡਿਪਰੈਸ਼ਨ ਆਉਂਦਾ ਹੈ। ਤੇ ਪਹਿਲਾਂ ਆਪਾਂ ਦੇਖ ਸਕਦੇ ਹਾਂ ਇੱਥੇ ਇੱਕ ਏਰੀਆ ਜਿਹਨੂੰ ਐਮਿਗਡਲਾ ਕਹਿੰਦੇ ਆ, ਤੇ ਇਹ ਏਰੀਆ ਜਿਹੜਾ ਹੈ ਇੱਥੇ ਇਮੋਸ਼ਨਲ ਪ੍ਰੋਬਲਮਸ ਜਿਹੜੇ ਇੱਥੇ ਪੈਦਾ ਹੁੰਦੇ ਆ, ਇਮੋਸ਼ਨਲ ਕੰਟਰੋਲ ਇੱਥੇ ਹੁੰਦਾ ਹੈ। ਜਿੱਦਾਂ ਇਮੋਸ਼ਨ ਹੋਵੇ ਕੋਈ ਡਰ ਜਾਂ ਗੁੱਸਾ, ਤੇ ਇਹ ਹੈਗਾ ਥੈਲਮਸ, ਇਸ ਏਰੀਆ ਜਿਹੜਾ ਇੱਥੇ ਥੈਲਮਸ ਕਹਿੰਦੇ ਆ, ਤੇ ਇਹ ਕੰਟਰੋਲ ਕਰਦਾ ਹੈ ਬਿਹੇਵੀਅਰ ਨੂੰ, ਵੀ ਐਕਸ਼ਨ ਕਿੱਦਾਂ ਦਾ ਆ, ਵੀ ਜਾਣੀ ਕਿ ਉਹਨੇ ਕੋਈ ਲੜਾਈ ਕਰਨੀ ਜਾਂ ਕਿ ਠੰਡਾ ਰਹਿਣਾ, ਸੋ ਸੁਭਾਅ ਨੂੰ ਕੰਟਰੋਲ ਕਰਦਾ। ਤੇ ਇਹ ਏਰੀਆ ਇੱਥੇ ਹਿਪੋਕੈਂਪਸ ਕਹਿੰਦੇ ਇਹਨੂੰ, ਤੇ ਇੱਥੇ ਜਿਹੜੀ ਲੌਂਗ ਟਰਮ ਮੈਮਰੀ ਆ, ਜਿਹੜੀਆਂ ਪੁਰਾਣੀਆਂ ਯਾਦਾਸ਼ਤਾਂ ਆ, ਇੱਥੇ ਸਟੋਰ ਹੁੰਦੀਆਂ ਉਹ। ਤੇ ਜੇ ਆਪਾਂ MRI ਸਕੈਨ ਦੇਖੀਏ ਤੇ ਇਹ ਹੈਗਾ ਡਿਪਰੈਸਡ ਬੰਦੇ ਦਾ ਸਕੈਨ, ਤੇ ਇਹ ਹੈਗਾ ਨੋਰਮਲ। ਸੋ ਇੱਥੇ ਤੁਸੀਂ ਦੇਖਦੇ ਆ ਇਹ ਜਿਹੜੇ ਯੈਲੋ ਏਰੀਆਜ਼, ਇਹਦਾ ਮਤਲਬ ਹੈ ਕਿ ਬ੍ਰੇਨ ਦੀ ਐਕਟੀਵਿਟੀ ਕਾਫੀ ਹੋ ਰਹੀ ਆ। ਤੇ ਜਿੱਥੇ ਡਿਪਰੈਸਡ ਬੰਦੇ ਦਾ MRI ਹੈ, ਤੇ ਇੱਥੇ ਜਾਣੀ ਕਿ ਜਿਹੜੀ ਐਕਟੀਵਿਟੀ ਬ੍ਰੇਨ ਦੀ ਬਹੁਤ ਘੱਟ ਹੈਗੀ ਆ, ਤੇ ਇਹੀ ਪਤਾ ਲੱਗਦਾ ਵੀ ਇੱਥੇ ਇਹ ਡਿਪਰੈਸ਼ਨ ਹੈ, ਇਸ ਬੰਦੇ ਨੂੰ ਸਕੈਨ ਤੋਂ ਪਤਾ ਲੱਗਦਾ। ਤੇ ਇੱਥੇ ਬ੍ਰੇਨ ਦੀ ਐਕਟੀਵਿਟੀ ਜ਼ਿਆਦਾ ਆ, ਤੇ ਇੱਥੇ ਨੋਰਮਲ ਬ੍ਰੇਨ ਹੈ ਜੀ। ਕੰਮ ਕਰਦਾ ਹੈ। ਹੁਣ ਜਿੱਦਾਂ ਤੁਸੀਂ ਸਮਝਾਇਆ ਬ੍ਰੇਨ 'ਚ ਡਿਫਰੈਂਟ ਪਾਰਟ ਹੈਗੇ, ਉਹ ਆਪਣਾ ਕੰਮ ਕਰਦੇ ਹਰ ਤਰ੍ਹਾਂ ਦਾ। ਜੀ ਹਾਂਜੀ, ਸੋ ਇਹ ਪਤਾ ਲੱਗਦਾ ਵੀ ਡਿਫਰੈਂਟ ਏਰੀਆਸ ਜਿਹੜੇ ਆ, ਤੇ ਉਹ ਡਿਫਰੈਂਟ ਇਮੋਸ਼ਨਸ ਜਾਂ ਫੀਲਿੰਗਸ ਨੂੰ ਕੰਟਰੋਲ ਕਰਦੇ ਆ। ਤੇ ਇਹਨਾਂ ਵਿੱਚ ਜਿਹੜੇ ਕੈਮੀਕਲਸ ਆ ਉਹਨਾਂ ਨੂੰ ਨਿਊਰੋ ਟ੍ਰਾਂਸਮਿਟਰ ਕਹਿੰਦੇ ਆ, ਤੇ ਉਹ ਜਿਹੜਾ ਮੈਸੇਜ ਆ, ਕਨੈਕਸ਼ਨ ਹੈਗੇ ਜਿਹੜੇ ਨਿਊਰੋਨਸ ਦੇ, ਉਹ ਫੈਸਿਲੀਟੇਟ ਕਰਦੇ ਆ। ਸੋ ਇੱਕ ਤਾਂ ਹੈ ਸੈਰੋਟੋਨਿਨ, ਤੇ ਨੋਰਐਡਰੇਨਾਲਿਨ, ਐਸੀਟਾਈਲਕੋਲਿਨ, ਡੋਪਾਮਾਈਨ, ਤੇ ਇਹ 4 ਕੈਮੀਕਲ ਹੈਗੇ ਆ ਜਿਹੜੇ ਬ੍ਰੇਨ ਵਿੱਚ ਖਾਸ ਕੰਮ ਕਰਦੇ ਆ। ਤੇ ਇਹਨਾਂ ਦੇ ਨਾਲ ਹੀ ਜਿਹੜੇ ਨਰਵ ਸੈਲਸ ਆ ਉਹਨਾਂ ਦਾ ਕਨੈਕਸ਼ਨ ਰਹਿੰਦਾ ਹੈ। ਤੇ ਜਦੋਂ ਇਹਨਾਂ ਦੀ ਘਾਟ ਪੈ ਜਾਂਦੀ ਹੈ, ਤੇ ਫਿਰ ਇਹ ਡਿਪਰੈਸ਼ਨ ਜਾਂ ਇੱਦਾਂ ਦੀ ਕੋਈ ਬ੍ਰੇਨ ਦੇ ਪ੍ਰੋਬਲਮ ਸ਼ੁਰੂ ਹੋ ਜਾਂਦੇ ਆ। ਤੇ ਡਿਪਰੈਸ਼ਨ ਵਿੱਚ ਖਾਸ ਕਰਕੇ ਸੈਰੋਟੋਨਿਨ ਗਿਣਿਆ ਜਾਂਦਾ ਹੈ ਜ਼ਿਆਦਾ ਇੰਪੋਰਟੈਂਟ, ਤੇ ਸੈਰੋਟੋਨਿਨ ਦੀ ਘਾਟ ਪੈ ਜਾਂਦੀ ਆ। ਤੇ ਜਦੋਂ ਘਾਟ ਪੈ ਜਾਂਦੀ ਫਿਰ ਜਿੱਦਾਂ ਆਪਾਂ ਦੱਸਿਆ ਸੀ ਵੀ ਮੂਡ ਬੰਦੇ ਦੀ ਖਰਾਬ ਹੀ ਰਹਿੰਦੀ ਹੈ ਕੁਛ, ਤੇ ਜਦੋਂ ਪ੍ਰੋਗਰੈਸ ਹੁੰਦੀ ਹੈ ਫਿਰ ਬੰਦਾ ਕਹਿੰਦਾ ਵੀ ਮੈਂ ਤਾਂ ਐਵੇਂ ਹੀ ਹਾਂ, ਕੁਛ ਨਹੀਂ ਹੈਗਾ, ਮੈਂ ਯੂਜ਼ਲੈਸ ਜਿਹਾ ਬੰਦਾ ਆ, ਮੇਰੀ ਕੋਈ ਕੀਮਤ ਹੀ ਨਹੀਂ ਹੈਗੀ। ਤੇ ਏਦਾਂ ਹੀ ਫੀਲਿੰਗ ਨਿਕੰਮੇ ਜਿਹੇ ਆਉਂਦੇ ਰਹਿੰਦੇ, ਤੇ ਫਿਰ ਉਹਦੀ ਭੁੱਖ ਵੀ ਮਰ ਜਾਂਦੀ, ਕਈ ਵਾਰੀ ਭੁੱਖ ਨਹੀਂ ਚੰਗੀ ਤਰ੍ਹਾਂ ਲੱਗਦੀ, ਤੇ ਉਹਦੇ ਥਕਾਵਟ ਰਹਿੰਦੀ ਹਰ ਵੇਲੇ, ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਹੈਗੀ। ਤੇ ਜਦੋਂ ਡਿਪਰੈਸ਼ਨ ਵੱਧ ਜਾਂਦਾ ਹੈ ਤੇ ਇਸ ਸਟੇਜ ਤੇ ਵੀ ਆ ਜਾਂਦਾ ਵੀ ਉਹਦਾ ਕੁਛ ਨਹੀਂ ਕਰਨੇ ਨੂੰ ਦਿਲ ਕਰਦਾ, ਉਹ ਕਹਿੰਦਾ ਸਾਰਾ ਦਿਨ ਬਸ ਬੈਠਾ ਰਵਾਂ ਸੋਫੇ ਤੇ ਜਾ ਕੇ, TV ਲਾ ਕੇ ਦੇਖੀ ਜਾਵਾਂ। ਤੇ ਫਿਰ ਉਹਨੂੰ ਕੁਛ ਏਦਾਂ ਵੀ ਥੋਟਸ ਆ ਸਕਦੇ, ਖੁਦਕੁਸ਼ੀ ਦੇ ਥੋਟਸ, ਵੀ ਮੈਂ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਹੈਗਾ, ਇਹ ਮਰਨਾ ਠੀਕ ਆ, ਤੇ ਸੁਇਸਾਈਡਲ ਥੋਟਸ ਉਹਨਾਂ ਨੂੰ ਆਉਣ ਲੱਗ ਪੈਂਦੇ ਆ। ਤੇ ਇੱਥੇ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਹੈਲਪ ਚਾਹੀਦੀ ਹੈ ਸਟੇਜ ਤੇ, ਕਿਉਂਕਿ ਕਈ ਵਾਰੀ ਏਦਾਂ ਡਿਪਰੈਸ਼ਨ 'ਚ ਆ ਕੇ ਲੋਕ ਸੁਇਸਾਈਡ ਕਰ ਵੀ ਲੈਂਦੇ ਆ। ਡਾਕਟਰ ਸਾਹਿਬ
ਇਹ ਕਿਸੇ ਤੇ ਏਜ ਰਿਲੇਟਡ ਹੈਗਾ ਕਿ ਨਹੀਂ? ਨਹੀਂ ਭਾਜੀ, ਇਹ ਕਿਸੇ ਏਜ ਵਿੱਚ ਵੀ ਹੋ ਸਕਦਾ। ਤੇ ਅੱਜ ਕੱਲ ਤਾਂ ਬੱਚਿਆਂ ਤੇ ਬਹੁਤ ਪ੍ਰੈਸ਼ਰ ਹੈ ਸਕੂਲ ਵਿੱਚ, ਬਿਲਕੁਲ। ਤੇ ਉਹਨਾਂ ਤੇ ਉਹ ਵੀ ਮੈਂਟਲ ਹੈਲਥ ਪ੍ਰੋਬਲਮਸ ਉਹਨਾਂ ਨੂੰ ਬੱਚਿਆਂ ਨੂੰ ਵੀ ਆ ਰਹੇ ਆ ਇਸ ਵੇਲੇ। ਤੇ ਜ਼ਿਆਦਾ ਕਾਜ਼ਸ ਦੇਖੋ ਕੀ ਹੁੰਦੇ ਡਿਪਰੈਸ਼ਨ ਦੇ, ਤੇ ਇੱਕ ਤਾਂ ਇਮੋਸ਼ਨਲ ਹੋ ਸਕਦਾ ਹੈ, ਇੱਕ ਨਿਊਟ੍ਰੀਸ਼ਨਲ ਹੋ ਸਕਦਾ ਹੈ। ਸੋ ਇਮੋਸ਼ਨਲ ਖਾਸ ਕਰਕੇ ਆਪਾਂ ਹੋਮਿਓਪੈਥੀ ਵਿੱਚ ਇਮੋਸ਼ਨਲ ਪ੍ਰੋਬਲਮਸ ਤੇ ਸਟ੍ਰੈਸ ਜ਼ਿਆਦਾ ਦੇਖਦੀ ਹੈ, ਕਿਉਂਕਿ ਅਸੀਂ ਇੱਦਾਂ ਦੇ ਕੇਸ ਦੇਖੀਦੇ ਆ। ਜਦੋਂ ਕੋਈ ਨਾ ਕੋਈ ਦੁਰਘਟਨਾ ਹੋ ਜਾਂਦੀ ਕਿਸੇ ਦੇ ਨਾਲ, ਉਹ ਮੈਂਟਲੀ ਅਪਸੈਟ ਹੋ ਜਾਂਦਾ ਹੈ ਬੰਦਾ, ਤੇ ਡਿਪਰੈਸ਼ਨ ਚਲੇ ਜਾਂਦਾ। ਤੇ ਕੀ ਹੁੰਦਾ ਹੈ, ਕਈ ਵਾਰੀ ਘਰ ਵਿੱਚ ਫੈਮਿਲੀ ਮੈਂਬਰ ਦੀ ਮੌਤ ਹੋ ਜਾਂਦੀ ਹੈ, ਤੇ ਉਹ ਤੁਹਾਨੂੰ ਬਹੁਤ ਸੱਟ ਲੱਗਦੀ ਹੈ ਉਹਦੀ, ਤੇ ਬੰਦਾ ਡਿਪਰੈਸ਼ਨ ਚਲੇ ਜਾਂਦਾ। ਤੇ ਕਈ ਵਾਰੀ ਸਾਡੇ ਕੋਲ ਇੱਦਾਂ ਪੇਸ਼ੈਂਟ ਆਉਂਦੇ ਆ, ਕੋਈ ਨਾ ਕੋਈ ਬਿਮਾਰੀ ਦੀ ਟ੍ਰੀਟਮੈਂਟ ਕਰਾਉਂਦੇ ਆ, ਪਰ ਜਦੋਂ ਕੁਐਸਚਨ ਪੁੱਛੀਦੇ ਉਹਨਾਂ ਨੂੰ ਪਤਾ ਲੱਗਦਾ ਵੀ ਫੈਮਿਲੀ ਮੈਂਬਰ ਦੀ ਜਾਂ ਕਿਸੇ ਬੱਚੇ ਦੀ ਜਾਂ ਕਿ ਮਾਂ ਦੀ ਜਾਂ ਬਾਪ ਦੀ ਮੌਤ ਹੋਣ ਤੋਂ ਬਾਅਦ ਇਹ ਬਿਮਾਰੀ ਸ਼ੁਰੂ ਹੋਈ ਹੈ, ਤੇ ਨਾਲ ਦੇ ਨਾਲ ਡਿਪਰੈਸ਼ਨ ਵੀ ਹੈਗਾ। ਤੇ ਜਦੋਂ ਅਸੀਂ ਫਿਰ ਸਾਡੇ ਕੋਲ ਸਪੈਸੀਫਿਕ ਹੋਮਿਓਪੈਥਿਕ ਦਵਾਈਆਂ ਹੈਗੀਆਂ ਗ੍ਰੀਫ ਵਾਸਤੇ, ਹਾਂਜੀ, ਗਮ ਵਾਸਤੇ, ਖਾਸ ਕਰਕੇ ਜਦੋਂ ਕਿਸੇ ਦੀ ਮੌਤ ਹੋਵੇ ਤੇ ਉਹ ਜਿਹੜਾ ਅੰਦਰ ਹੀ ਉਹਨੇ ਗਮ ਘੁੱਟ ਲਿਆ, ਉਹਨੇ ਬਾਹਰ ਨਹੀਂ ਕੱਢਿਆ, ਰੋਈ ਨਹੀਂ, ਕਿਉਂਕਿ ਜਦੋਂ ਗਮ ਹੁੰਦਾ ਹੈ ਉਹ ਜ਼ਰੂਰੀ ਆ ਵੀ ਤੁਸੀਂ ਐਕਸਪ੍ਰੈਸ ਕਰਨਾ, ਬਾਹਰ ਕੱਢਣਾ। ਇਸੇ ਕਰਕੇ ਸਾਡਾ ਜਿਹੜਾ ਰਿਵਾਜ ਆ ਨਾ ਵੀ ਸਾਰੇ ਰਿਸ਼ਤੇਦਾਰ ਦੋਸਤ ਘਰ ਨੂੰ ਆਉਂਦੇ ਆ ਅਫਸੋਸ ਕਰਨ, ਤੇ ਗੱਲਾਂ ਬਾਤਾਂ ਕਰਦੇ ਆ, ਤੇ ਇਹਦੇ ਨਾਲ ਮਨ ਬੰਦੇ ਦਾ ਹੋਰ ਪਾਸੇ ਲੱਗਾ ਰਹਿੰਦਾ ਹੈ, ਤੇ ਉਹ ਆਪਣੇ ਇਮੋਸ਼ਨਸ ਜਿਹੜੇ ਬਾਹਰ ਕੱਢ ਸਕਦੇ ਆ। ਜੇ ਹੁਣ ਉਹ ਇਕੱਲੇ ਬੈਠੇ ਰਹਿਣ ਤਾਂ ਉਹ ਹੋਰ ਸਮਾਂ ਕੇ ਡਿਪਰੈਸ਼ਨ ਵਿੱਚ ਚਲ ਜਾਂਦੇ ਆ। ਡਾਕਟਰ ਸਾਹਿਬ, ਮੈਂ ਇੱਕ ਦਫਾ ਜ਼ਰਾ ਨੰਬਰ ਰਿਪੀਟ ਕਰਦਾ, ਫਿਰ ਆਪਾਂ ਗੱਲ ਜਾਰੀ ਰੱਖਦੇ ਹਾਂ। ਪਲੀਜ਼ ਮੈਂ ਹਮੇਸ਼ਾ ਕਹਿੰਦਾ ਨਾ, ਕੋਸ਼ਿਸ਼ ਕਰੋ ਸ਼ੋਅ ਦੇ ਦਰਮਿਆਨ ਕਾਲ ਕਰੋ। ਅਗਰ ਤੁਸੀਂ ਡਾਕਟਰ ਨਾਲ ਦੇ ਸ਼ੋਅ ਦੇ 'ਚ ਨਹੀਂ ਗੱਲ ਕਰਨੀ, ਫਿਰ ਵੀ ਤੁਸੀਂ ਸਾਨੂੰ ਅਗਰ ਸ਼ੋਅ 'ਚ ਗੱਲ ਕਰ ਲਓਗੇ, ਤੁਹਾਡਾ ਜਿਹੜਾ ਟਾਈਮ ਹੈਗਾ ਲੂਜ਼ ਨਹੀਂ ਹੁੰਦਾ, ਤੁਹਾਨੂੰ ਸਟਿਲ ਚਾਂਸ ਲੱਗੇਗਾ ਕਿ ਤੁਸੀਂ ਡਾਕਟਰ ਦਾ ਨੰਬਰ ਦਿੱਤਾ ਜਾਏਗਾ, ਤੁਸੀਂ ਕਾਲ ਕਰਕੇ ਉਹਨਾਂ ਨਾਲ 1-to-1 ਕੰਸਲਟੇਸ਼ਨ ਕਰ ਸਕਦੇ ਹੋ। ਦਾ ਟੈਲੀਫੋਨ ਨੰਬਰ ਜੋ ਸਕਰੀਨ 'ਤੇ ਵੀ ਆ ਰਿਹਾ 0121 551 1001। ਪਲੀਜ਼ ਸਟਾਰਟ ਕਾਲਿੰਗ, ਕਿਉਂਕਿ ਬੜੀ ਦਫਾ ਸਾਡੇ ਜਿਹੜਾ ਸਾਡਾ ਕਾਲ ਸੈਂਟਰ ਹੈ ਕਾਫੀ ਬਿਜ਼ੀ ਹੁੰਦਾ। ਕੀਪ ਟਰਾਈਂਗ, ਇਵੈਂਚੁਅਲੀ ਤੁਹਾਡਾ ਕਾਲ ਥਰੂ ਲੱਗੇਗਾ, ਤੇ ਤੁਸੀਂ ਕਾਲ ਕਰਕੇ ਉਹਨਾਂ ਦੇ ਕੋਲੋਂ ਟੈਲੀਫੋਨ ਲੈ ਲਿਓ, ਜੋ ਮੰਡੇ, ਵੈਨਸਡੇ, ਫਰਾਈਡੇ ਤੁਸੀਂ ਡਾਕਟਰ ਨੂੰ ਰਿੰਗ ਕਰਕੇ ਆਪਣੇ ਕੰਸਲਟੇਸ਼ਨ ਕਰ ਸਕਦੇ ਹੋ। ਜਿਹੜੀ ਪ੍ਰਸਕ੍ਰਿਪਸ਼ਨ ਰਿਪੀਟ ਹੈਗੀ ਉਹਦੇ ਡਿਫਰੈਂਟ ਦਿਨ ਹੈਗੇ ਨੇ, ਉਹ ਵੀ ਤੁਹਾਨੂੰ ਇੱਕ ਡਿਫਰੈਂਟ ਨੰਬਰ ਦੇਣਗੇ ਸਾਡੇ ਹੈੱਡ ਆਫਿਸ। ਡਾਕਟਰ ਸਾਹਿਬ, ਹੁਣ ਮੈਂ ਜੇ ਅੱਗੇ ਆਪਾਂ ਇਹਦੇ 'ਤੇ ਗੱਲ ਕਰੀਏ, ਕੈਨ ਯੂ ਪਿਨ ਪੁਆਇੰਟ ਦ ਰੀਜ਼ਨ ਫॉर ਡਿਪਰੈਸ਼ਨ? ਕੈਨ ਇਟ ਬੀ, ਅਗਰ ਜੇ ਮੈਂ ਇੱਕ ਲਫ਼ਜ਼ ਕਹਾਂ, ਐਂਗਜ਼ਾਇਟੀ ਦੇ ਵਿੱਚ ਬਹੁਤ ਕੁਛ ਆ ਜਾਂਦਾ ਹੈ, ਤੁਸੀਂ ਐਗਰੀ ਕਰੋਗੇ ਐਂਗਜ਼ਾਇਟੀ ਇਜ਼ ਦ ਮੇਨ ਕਾਜ਼ ਆਫ ਡਿਪਰੈਸ਼ਨ? ਨਹੀਂ ਭਾਜੀ, ਕੋਈ ਮੇਨ ਕਾਜ਼ ਨਹੀਂ ਹੁੰਦਾ ਹੈਗਾ, ਤੇ ਇਹਦਾ ਕਾਜ਼ ਹੋਰ ਕਈ ਹੋ ਸਕਦੇ ਆ, ਤੇ ਮੇਨਲੀ ਹੁੰਦੇ ਇਮੋਸ਼ਨਲ ਅਪਸੈਟ। ਕੋਈ ਨਾ ਕੋਈ ਇਨਸੀਡੈਂਟ ਹੋਇਆ ਜਿੱਥੋਂ ਬੰਦਾ ਬਹੁਤ ਇਮੋਸ਼ਨਲੀ ਅਪਸੈਟ ਹੋ ਗਿਆ, ਤਾਂ ਡਿਪਰੈਸ਼ਨ ਚਲੇ ਗਿਆ। ਤੁਹਾਨੂੰ ਪਤਾ ਵੀ ਸਾਡੇ ਨਾਲ ਕੋਈ ਵੱਧ ਘੱਟ ਸਾਨੂੰ ਬੋਲ ਦੇਵੇ ਤੇ ਅਸੀਂ ਥੋੜ੍ਹਾ ਜਿਹਾ ਡਿਪਰੈਸ ਫੀਲ ਕਰਦੇ ਹਾਂ ਦਿਹਾੜੀ, ਪਰ ਆਪਾਂ ਮੂਡ ਸਾਡਾ ਖਰਾਬ ਹੁੰਦਾ ਹੈ ਹਨਾ, ਵੀ ਉਹ ਮੈਨੂੰ ਏਦਾਂ ਕਿਹਾ ਗਿਆ ਹਨਾ, ਤੇ ਪਰ ਅਸੀਂ ਫਿਰ ਰਿਕਵਰ ਕਰ ਜਾਂਦੇ ਹਾਂ। ਪਰ ਜਿਹੜਾ ਡਿਪਰੈਸ਼ਨ ਚਲੇ ਜਾਂਦਾ ਬੰਦਾ, ਉਹ ਰਿਕਵਰ ਨਹੀਂ ਕਰਦਾ, ਹੌਲੀ ਹੌਲੀ ਉਹਦੀ ਮੂਡ ਖਰਾਬ ਹੁੰਦੀ ਵੱਧਦੀ ਰਹਿੰਦੀ ਆ। ਸੋ ਸਪੈਸੀਫਿਕ ਕਾਜ਼ ਬਹੁਤ ਹੈਗੇ ਹਨ, ਤੇ ਜਿੱਦਾਂ ਹੁਣ ਕਿਸੇ ਦਾ ਡਿਵੋਰਸ ਹੋ ਗਿਆ, ਤੇ ਹੁਣ ਇਹ ਬਹੁਤ ਵੱਡੀ ਇਨਸੀਡੈਂਟ ਹੈ ਕਿ ਜਿਹੜਾ ਡਿਵੋਰਸ ਹੋ ਗਿਆ, ਤੇ ਉਹ ਜਿਹਨੂੰ ਡਿਵੋਰਸ ਹੁੰਦਾ ਉਹ ਡਿਪਰੈਸ਼ਨ 'ਚ ਜਾ ਸਕਦੇ ਆ, ਉਹਦੇ ਮਨ ਨੂੰ ਬਹੁਤ ਸੱਟ ਲੱਗਦੀ ਹੈ ਕਿ ਉਹਨਾਂ ਦਾ ਰਿਲੇਸ਼ਨਸ਼ਿਪ ਜਿਹੜਾ ਬਣਿਆ ਸੀ ਤੇ ਉਹ ਬ੍ਰੇਕਅਪ ਹੋ ਗਿਆ, ਤੇ ਇੱਥੋਂ ਡਿਪਰੈਸ਼ਨ ਸ਼ੁਰੂ ਹੋ ਸਕਦਾ। ਤੇ ਕੋਈ ਬੰਦਾ 20-25 ਸਾਲ ਉਹਨੇ ਕੰਮ ਕੀਤਾ ਇੱਕ ਥਾਂ, ਤੇ ਉਹਨਾਂ ਨੂੰ ਰਿਡੈਂਡੈਂਸੀ ਹੋ ਜਾਂਦੀ ਹੈ, ਤੇ ਉਹ ਕਹਿੰਦੇ ਵੀ ਮੇਰੀ ਤਾਂ ਕੋਈ ਕਿਤੇ ਹੀ ਨਹੀਂ ਪਈ ਵੀ ਇੰਨਾ ਚਿਰ ਮੈਂ ਇੱਥੇ ਲੋਇਲਟੀ ਕੰਮ ਕੀਤਾ ਹੈ, ਹਾਂਜੀ, ਤੇ ਹੁਣ ਮੈਨੂੰ ਇੰਨੀ ਕੰਮ ਤੋਂ ਬਾਹਰ ਕੱਢ ਦਿੱਤਾ, ਤੇ ਉਹ ਡਿਪਰੈਸ਼ਨ ਚਲ ਜਾਂਦਾ ਬੰਦਾ। ਤੇ ਹੋਰ ਕੋਈ ਬੰਦਾ ਹੁੰਦਾ, ਉਹਦੀ ਬਿਜ਼ਨਸ ਚੱਲ ਰਹੀ ਹੁੰਦੀ ਬਹੁਤ ਸੋਹਣੀ, ਤੇ ਕੋਈ ਨਾ ਕੋਈ ਪ੍ਰੋਬਲਮ ਆਉਂਦਾ, ਉਹ ਬਿਜ਼ਨਸ ਫੇਲ ਹੋ ਜਾਂਦੀ, ਤੇ ਉਹਨੂੰ ਬੜੀ ਸੱਟ ਲੱਗਦੀ, ਉਹ ਡਿਪਰੈਸ਼ਨ ਚਲ ਜਾਂਦਾ। ਇੱਦਾਂ ਦੇ ਕੇਸ ਅਸੀਂ ਖਾਸ ਦੇਖੀਦੇ ਆ, ਤੇ ਇੱਕਦਮ ਜਦੋਂ ਉਹਨਾਂ ਦੀ ਲਾਈਫ ਸਿਚੁਏਸ਼ਨ ਜਿਹੜੀ ਬਦਲ ਜਾਂਦੀ ਆ, ਤੇ ਬੰਦਾ ਡਿਪਰੈਸ਼ਨ ਵਿੱਚ ਜਾ ਸਕਦਾ। ਤੇ ਇੱਕ ਹੋਰ ਗੱਲ ਵੀ ਹੈਗੀ ਵੀ ਜਦੋਂ
ਕਿਸੇ ਦਾ ਪਿਆਰ ਹੁੰਦਾ ਬਹੁਤ, ਉਹ ਪਿਆਰ ਟੁੱਟ ਜਾਂਦਾ ਹੈ, ਕੋਈ ਲਵ ਅਫੇਅਰ ਹੁੰਦਾ ਟੁੱਟ ਜਾਂਦਾ ਹੈ, ਤੇ ਉਹ ਖਾਸ ਕਰਕੇ ਉਹ ਜਿਹੜੇ ਆਦਮੀ ਜਾਂ ਦੇਵੀ ਉਹ ਡਿਪਰੈਸ਼ਨ ਚਲ ਜਾਂਦੇ ਆ, ਕਿਉਂਕਿ ਉਹਨਾਂ ਦਾ ਪਰ ਪਿਆਰ ਜਿਹੜਾ ਆ ਉਹਦੀ ਕੋਈ ਫੁਲਫਿਲਮੈਂਟ ਨਹੀਂ ਹੁੰਦੀ। ਸੋ ਇੱਥੇ ਖਾਸ ਸਾਡੀ ਹੋਮਿਓਪੈਥਿਕ ਦਵਾਈਆਂ ਹੈਗੀਆਂ ਜਿਹੜੀਆਂ ਕੰਮ ਕਰਦੀਆਂ। ਡਾਕਟਰ ਸਾਹਿਬ ਜਿਹੜੀ ਐਂਗਜ਼ਾਇਟੀ ਦੀ ਗੱਲ ਕਰੋ, ਬੀਇੰਗ ਐਂਕਸ਼ੀਅਸ ਦੀ ਗੱਲ ਕਰੋ, ਜਿੱਦਾਂ ਹੁਣ ਮੈਂ ਜੋ ਤੁਹਾਨੂੰ ਨਾ ਦੱਸਾਂ ਕਿ ਜੋ ਐਂਕਸ਼ੀਅਸ ਹੁੰਦਾ ਬੰਦਾ, ਐਂਗਜ਼ਾਇਟੀ ਹੁੰਦੀ ਕਿਸੇ ਨੂੰ ਖੁਸ਼ੀ ਦੀ ਵੀ ਹੁੰਦੀ ਹੈ, ਕਿਸੇ ਨੂੰ ਗਮ ਦੀ ਵੀ ਹੁੰਦੀ ਹੈ। ਕਿਸੇ ਨੂੰ ਕੋਈ ਕੱਲ ਚੀਜ਼ ਹੋ ਗਈ, ਮਗਰ ਉਹਨੇ ਮਕਾਨ ਨਵਾਂ ਲਿੱਤਾ ਹੈ ਜਾਂ ਉਹਨੇ ਕਾਰ ਨਵੀਂ ਲਿੱਤੀ ਹੈ, ਬੜਾ ਐਂਕਸ਼ੀਅਸ ਹੈ, ਬੜੀ ਐਂਗਜ਼ਾਇਟੀ ਅੰਦਰ, ਉਹ ਬੰਦੇ ਨੂੰ ਡੈਮੇਜ ਨਹੀਂ ਕਰਦੀ। ਜੋ ਸਦਮਾ ਹੁੰਦਾ, ਕੋਈ ਤਕਲੀਫ ਹੁੰਦੀ ਹੈ, ਕੋਈ ਵਰੀ ਹੁੰਦੀ ਹੈ, ਉਹ ਡਿਪਰੈਸ਼ਨ ਵੱਲ ਨੂੰ ਜਾਂਦੀ ਹੈ। ਇੱਦਾਂ ਕਿਉਂ ਹੈ? ਹਾਊ ਡਜ਼ ਬ੍ਰੇਨ ਨੋਜ਼ ਕਿ ਇਹ ਖੁਸ਼ੀ ਦਾ ਐਂਕਸ਼ੀਅਸ ਹੈਗੀ ਹੈ, ਇਹ ਦੁਖੀ ਦੀ ਹੈਗੀ ਹੈ? ਹਾਂਜੀ, ਸੋ ਜਿਹੜੀ ਖੁਸ਼ੀ ਦੀ ਹੁੰਦੀ ਆ ਤੇ ਉਹਦਾ ਜਿਹੜਾ ਨਿਊਰੋ ਟ੍ਰਾਂਸਮਿਟਰ ਅਲੱਗ ਹੁੰਦੇ ਆ ਨਾ, ਤੇ ਉਹ ਏਦਾਂ ਬੰਦਾ ਫੀਲ ਕਰਦਾ ਵੀ ਇੱਥੇ ਮੈਂ ਐਕਸਾਈਟਮੈਂਟ ਆ, ਉਹ ਨਿਊਰੋ ਹੁੰਦਾ, ਤੇ ਉਹਦੇ ਨਾਲ ਐਂਗਜ਼ਾਇਟੀ ਇੰਨੀ ਨਹੀਂ ਹੁੰਦੀ ਹੈਗੀ। ਐਕਸਾਈਟਮੈਂਟ ਉਹਨੂੰ ਕਹਿ ਲਓ, ਐਡਰੇਨਲਿਨ ਜ਼ਿਆਦਾ ਹੁੰਦੀ ਉੱਥੇ। ਤੇ ਜਦੋਂ ਹੁੰਦਾ ਕੋਈ ਕੰਮ ਖਰਾਬ ਹੋ ਜਾਂਦਾ ਤੇ ਉਹ ਫਿਰ ਅਲੱਗ ਨਿਊਰੋ ਟ੍ਰਾਂਸਮਿਟਰ ਆ, ਉਹਦੀ ਕਮੀ ਹੋ ਜਾਂਦੀ ਹੈ, ਜਿੱਦਾਂ ਸੈਰੋਟੋਨਿਨ ਆ ਜਾਂ ਡੋਪਾਮਾਈਨ ਆ, ਤੇ ਉਹਦੀ ਕਮੀ ਦੇ ਨਾਲ ਫਿਰ ਫੀਲਿੰਗਸ ਕੁਝ ਅਲੱਗ ਆਉਂਦੇ ਆ। ਭਾਜੀ ਇਹ ਜਿਹੜੀ ਹੈਗੀ ਹੈ ਡਿਪਰੈਸ਼ਨ, ਇਨਹੈਰਿਟ ਹੁੰਦੀ ਹੈ, ਫੈਮਿਲੀ ਦੇ ਵਿੱਚ ਚੱਲਦੀ ਹੈ ਕਿ ਨਹੀਂ ਹੈ? ਇਹਦਾ ਇਹ ਸੋਚਿਆ ਜਾਂਦਾ ਵੀ ਕੁਝ ਫੈਕਟਰ ਹੈਗਾ, ਇਹਦਾ ਲਿੰਕ ਹੋ ਸਕਦਾ ਆ। ਹਾਲੇ ਤੱਕ ਇੰਨਾ ਪ੍ਰੂਫ ਨਹੀਂ ਹੋਇਆ ਹੈਗਾ ਵੀ ਇਹ ਡੈਫੀਨਿਟਲੀ ਇਨਹੈਰਿਟਡ ਆ, ਤੇ ਪਰ ਇਹ ਗਿਣਿਆ ਜਾਂਦਾ ਵੀ ਜੈਨੇਟਿਕ ਫੈਕਟਰ ਜਿਹੜਾ ਹੋ ਸਕਦਾ ਥੋੜਾ ਬਹੁਤਾ ਇਨਫਲੂਐਂਸ। ਤੁਸੀਂ ਬਹੁਤ ਸਹੀ ਕਿਹਾ, ਬਿਕੋਜ਼ ਆਈ ਹੈਵ ਹਰਡ ਆਫ ਸਮ ਕੇਸਿਸ, ਵੈਰੀ ਫਿਊ, ਜਿੱਥੇ ਕਿ ਨਾ ਫੈਮਿਲੀ 'ਚ ਚੱਲਦੇ ਆਏ ਨੇ। ਕੋਈ ਕਿਸੇ ਫੈਮਿਲੀ 'ਚ ਬਿਲਕੁਲ ਨਵਾਂ ਹੋਇਆ, ਕਿਸੇ ਦਾ ਪੁਰਾਣਾ, ਕਿਸੇ ਦੇ ਫਾਦਰ ਨੂੰ ਸੀ, ਤੇ ਉਹਦੇ ਬੱਚਿਆਂ ਦੇ ਵਿੱਚੋਂ ਪਈ ਚੀਜ਼। ਬਹੁਤ ਸਹੀ ਤੁਸੀਂ ਕਿਹਾ, ਟੋਟਲੀ ਐਗਰੀ ਵਿਦ ਯੂ ਦੇਅਰ। ਡਾਕਟਰ ਸਾਹਿਬ ਇਹਦੇ ਦੂਸਰਾ, ਯੂ ਨੋ ਮੇਰੇ ਪਾਸ ਕਾਫੀ ਟਿਪਸ ਹੈਗੇ ਨੇ ਇਹਦੇ, ਹਾਊ ਟੂ ਫਾਈਟ ਐਂਗਜ਼ਾਇਟੀ ਵਗੈਰਾ, ਉਹਨੂੰ ਕਿੱਦਾਂ, ਉਹਦੇ ਟਿਪਸ ਵਗੈਰਾ ਹੈਗੇ ਨੇ ਕਿੱਦਾਂ ਕੋਪ ਕਰਨੀ ਐਂਗਜ਼ਾਇਟੀ, ਉਹਦੇ ਆਪਾਂ ਬਾਅਦ 'ਚ ਗੱਲ ਕਰਦੇ। ਪਹਿਲਾਂ ਇੱਕ ਮੈਂ ਤੁਹਾਨੂੰ ਸਵਾਲ ਪੁੱਛਾਂਗਾ, ਤੁਸੀਂ ਆਪਣਾ ਮਾਈਂਡ ਕੰਟਰੋਲ ਕਰਨਾ ਸਿੱਖੋ, ਕਿਸ ਤਰ੍ਹਾਂ ਉਹਨੂੰ ਤੁਸੀਂ ਫੋਕਸ ਰੱਖਣਾ। ਡਾਕਟਰ ਸਾਹਿਬ ਜੇ ਸਲੀਪ ਦੇ ਵਿੱਚ ਕਮੀ ਹੋਵੇ, ਡਜ਼ ਦੈਟ ਕੰਟਰੀਬਿਊਟ ਟੂ ਡਿਪਰੈਸ਼ਨ? ਹਾਂਜੀ ਹਾਂਜੀ, ਜੇ ਹੁਣ ਨੀਂਦ ਨਹੀਂ ਸਹੀ ਆਉਂਦੀ ਹੈਗੀ ਤਾਂ ਉਹਦੀ ਵਜ੍ਹਾ ਲੱਭਣੀ ਪੈਂਦੀ ਵੀ ਕਿਉਂ ਨਹੀਂ ਨੀਂਦ ਪ੍ਰੋਪਰਲੀ ਆਉਂਦੀ ਹੈ। ਤੇ ਜਦੋਂ ਤੋਂ ਨੀਂਦ ਨਹੀਂ ਆਉਂਦੀ ਫਿਰ ਤੁਸੀਂ ਥੱਕੇ ਰਹਿੰਦੇ ਨੈਕਸਟ ਦਿਨ, ਹਾਂਜੀ, ਸਾਰਾ ਦਿਨ ਥੱਕੇ ਰਹਿੰਦੇ ਕਰਕੇ ਨੀਂਦ ਪੂਰੀ ਨਹੀਂ ਹੋਈ, ਤੇ ਉਹਦੇ ਕਰਕੇ ਫਿਰ ਤੁਸੀਂ ਜਾਂ ਥੋੜੇ ਜਿਹੇ ਗੁੱਸੇ 'ਚ ਰਹਿੰਦੇ ਆ, ਚਿੜਚਿੜੇ ਜਿਹੇ ਰਹਿੰਦੇ ਆ, ਤੇ ਜਾਂ ਫਿਰ ਤੁਸੀਂ ਉਦਾਸ ਰਹਿੰਦੇ ਪਏ, ਮੇਰੇ ਸਰੀਰ ਵਿੱਚ ਕੋਈ ਐਨਰਜੀ ਹੈ ਹੀ ਨਹੀਂ। ਭਾਜੀ ਮੇਰੇ ਦਿਮਾਗ 'ਚ ਗੱਲ ਆਈ, ਕਿਉਂਕਿ ਜਿਹੜੀ ਐਂਗਜ਼ਾਇਟੀ ਨੂੰ ਕੰਟਰੋਲ ਕਰਨ ਦੇ ਬੜੇ ਤਰੀਕੇ ਹੈਗੇ ਨੇ, ਕਿਉਂਕਿ ਕਈ ਦਫਾ ਬੰਦਿਆਂ ਨੂੰ ਪਰਸਨਲ ਐਂਗਜ਼ਾਇਟੀ ਹੁੰਦੀ ਹੈ, ਤੁਸੀਂ ਫਾਈਨੈਂਸਿਸ ਦੀ ਲੈ ਲਓ, ਜੋਬ ਵਗੈਰਾ ਦੀ ਗੱਲ ਕਰ ਲਓ, ਕਾਫੀ ਹੁੰਦੀਆਂ ਨੇ। ਪਰ ਕਈ ਜਿਹੜੇ ਤੁਹਾਡੇ ਯਾਰ ਦੋਸਤ ਹੁੰਦੇ ਨੇ, ਤੁਸੀਂ ਸ਼ਾਮ ਨੂੰ 8-9 ਵਜੇ ਇਕੱਲੇ ਬੈਠੇ ਫੋਨ ਕਰਕੇ ਉਹ ਤੁਹਾਨੂੰ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ, ਤੁਹਾਡੀ ਸਾਰੀ ਰਾਤ ਤੁਹਾਨੂੰ ਨੀਂਦਰ ਨਹੀਂ ਆਉਂਦੀ। ਦੈਟ ਇਜ਼ ਅਨਦਰ ਥਿੰਗ, ਉਹ ਵੀ ਹਾਰਮ ਕਰ ਸਕਦੀ ਹੈ। ਹਾਂਜੀ, ਦੈਟਸ ਰਾਈਟ। ਸੋ ਇਦਾਂ ਦੇ ਦੋਸਤਾਂ ਨੂੰ ਨਾ ਹੀ ਫੋਨ ਕਰਿਆ ਕਰੋ ਸ਼ਾਮ ਨੂੰ, ਬੈਟਰ ਹੋਣਗੇ। ਤੇ ਪਰ ਫਰਕ ਹੈਗਾ ਭਾਜੀ, ਐਂਗਜ਼ਾਇਟੀ ਥੋੜੀ ਅਲੱਗ ਆ ਤੇ ਡਿਪਰੈਸ਼ਨ ਥੋੜੀ ਅਲੱਗ ਆ, ਆਪਾਂ ਦੋਨਾਂ ਨੂੰ ਮਿਕਸ ਨਾ ਕਰੀਏ। ਹਾਂਜੀ, ਸੋ ਐਂਗਜ਼ਾਇਟੀ ਜ਼ਿਆਦਾ ਕਹਿੰਦੇ ਆਪਣੇ ਲੋਕੀ ਉਹਨੂੰ ਕਹਿੰਦੇ ਮੈਨੂੰ ਘਬਰਾਹਟ ਆਉਂਦੀ ਹੈ, ਹਾਂਜੀ, ਤੇ ਉਹ ਨਰਵਸ ਜਿਹਾ ਫੀਲਿੰਗ ਆਉਂਦਾ ਰਹਿੰਦਾ ਹੈ। ਤੇ ਡਿਪਰੈਸ਼ਨ ਹੈਗਾ ਤੇ ਉਹ ਉਦਾਸੀ ਰਹਿੰਦੀ ਆ, ਹਰ ਵੇਲੇ ਉਦਾਸ ਰਹਿੰਦੇ, ਉਹਨਾਂ ਦਿਲ ਹੀ ਨਹੀਂ ਕਰਦਾ ਕੁਝ ਕਰਨੇ ਨੂੰ। ਸੋ ਇਹ ਟੋਟਲੀ ਡਿਫਰੈਂਟ ਸਿਚੁਏਸ਼ਨ ਹੈਗੀ ਆ, ਤੇ ਆਪਾਂ ਮਿਕਸ ਅਪ ਵਾਲਾ ਨਾ ਕਰੀਏ ਇਹਨਾਂ ਨੂੰ। ਡਾਕਟਰ ਸਾਹਿਬ ਇਹਦੇ ਬਹੁਤ ਇੰਟਰਸਟਿੰਗ ਹੈਗਾ। ਪਹਿਲੇ ਤੇ ਮੈਨੂੰ ਸਭ ਤੋਂ ਅੱਛਾ ਲੱਗਿਆ ਜਿਹੜਾ ਤੁਸੀਂ ਕਲਿੱਪ ਦਿਖਾਇਆ ਨਾ, ਓਨੈਸਟਲੀ ਸਾਡੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਡਿਫਰੈਂਟ ਦਿਮਾਗ 'ਚ ਹੈਗੇ ਨੇ ਆਪਣੇ ਜੋ ਬ੍ਰੇਨ ਛੋਟੇ ਉਹ ਆਪੋ ਆਪਣਾ ਕੰਮ ਕਰਦੇ ਨੇ। ਬੰਦੇ ਨੂੰ ਸਿਰਫ ਲੱਗਦਾ ਮੇਰਾ ਇੱਕੋ ਦਿਮਾਗ ਹੈ, ਉਹੀ ਸਾਰਾ ਕੁਝ ਕੰਮ ਕਰਦਾ। ਦਿਸ ਇਜ਼ ਦ ਬਿਗੇਸਟ ਚੀਜ਼ ਕੋ ਜੋ ਤੁਸੀਂ ਐਕਸਪਲੇਨ ਕੀਤੀ ਹੈ, ਬੜੀ ਹੈਲਪਫੁਲ ਹੈਗੀ ਉਹ। ਹਾਂਜੀ ਹਾਂਜੀ, ਸੋ ਬ੍ਰੇਨ ਬਹੁਤ ਹੀ ਕੰਪਲਿਕੇਟਡ ਚੀਜ਼ ਆ, ਜਿੱਦਾਂ ਮੇਨ ਫਰੇਮ ਕੰਪਿਊਟਰ ਹੁੰਦਾ ਨਾ, ਇਸ ਤਰ੍ਹਾਂ ਆ। ਤੇ ਇਹਦੀ ਇੰਨੀ ਬਹੁਤ ਜ਼ਿਆਦਾ ਫੰਕਸ਼ਨ ਆ, ਹਲੇ ਤੱਕ ਸਾਨੂੰ ਪੂਰਾ ਨਹੀਂ ਪਤਾ ਲੱਗਾ ਸਾਇੰਟਿਸਟ ਨੂੰ ਹਲੇ ਵੀ, ਤੇ ਬ੍ਰੇਨ ਕਿੱਦਾਂ ਕੰਮ ਕਰਦਾ, ਵੀ ਹੋਰ ਕੀ ਇਹਦੇ ਫੰਕਸ਼ਨ ਹੈਗੇ ਆ, ਤੇ ਕਿੱਦਾਂ ਐਗਜ਼ੈਕਟਲੀ ਇੱਕ ਦੂਜੇ ਦੇ ਨਾਲ ਸੈਲ ਕਮਿਊਨੀਕੇਟ ਕਰਦੇ ਆ। ਤੇ ਬਹੁਤ ਹੀ ਜ਼ਿਆਦਾ ਕੰਪਲਿਕੇਟਡ ਚੀਜ਼ ਹੈ ਭਾਜੀ।
ਭਾਜੀ ਬੜੀ ਕਮਾਲ ਦੀ ਗੱਲ ਹੈ, ਬੜੀ ਇੰਟਰਸਟਿੰਗ ਮੇਰੀ ਗੱਲਾਂ ਆਉਂਦੀਆਂ ਤੁਹਾਡੀ ਗੱਲਾਂ ਸੁਣ ਕੇ। ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ, ਕੁਛ ਥੋੜ੍ਹੇ ਫਿਊ ਸੈਕਿੰਡਸ ਹੀ ਰਹਿੰਦੇ ਨੇ। ਅਤੇ ਇਹ ਜਦੋਂ ਇਹ ਬੜੀ ਵੱਡੀ ਗੱਲ ਹੈ ਜਿਹੜੇ ਤੁਸੀਂ ਡਾਕਟਰ ਐਕਸਪਲੋਰ ਕਰਦੇ ਹੋ ਦਾ ਬ੍ਰੇਨ, ਕਿ ਬ੍ਰੇਨ ਦੇ ਪਾਰਟ ਜਿਹੜੇ ਹੈਗੇ ਨੇ ਉਹ ਕੀ ਕਰਦਾ ਡਿਫਰੈਂਟ ਫੰਕਸ਼ਨ ਕਰਦੇ ਨੇ। ਅਤੇ ਬਹੁਤ ਇੰਟਰਸਟਿੰਗ ਹੈਗਾ। ਪਲੀਜ਼ ਤੁਸੀਂ ਕਾਲ ਕਰਕੇ ਡਾਕਟਰ ਨਾਲ ਗੱਲ ਕਰਨੀ ਹੈ ਔਨ ਦਾ ਫੋਨ, ਤੁਸੀਂ ਕਰ ਸਕਦੇ ਹੋ। ਸਾਡੇ ਕਾਲ ਸੈਂਟਰ ਨੂੰ ਕਾਲ ਕਰੋ ਐਂਡ ਦੇਲ ਗਿਵ ਯੂ ਦਾ ਨੰਬਰ, ਜੋ ਤੁਸੀਂ ਡਾਕਟਰ ਮੰਡੇ, ਵੈਨਸਡੇ ਐਂਡ ਫਰਾਈਡੇ ਕਾਲ ਕਰ ਸਕਦੇ ਹੋ। ਅਤੇ ਉਹ ਸਪੈਸ਼ਲ ਨੰਬਰ ਐਲੋਕੇਟ ਕੀਤਾ ਗਿਆ ਕਾਲ ਚੱਲਣ ਦੇ ਵੇਅਰਸ ਨੂੰ। ਜਿਹੜੀ ਰਿਪੀਟ ਪ੍ਰੈਸਕ੍ਰਿਪਸ਼ਨ ਹੈਗੀ ਉਹਦਾ ਡਿਫਰੈਂਟ ਨੰਬਰ ਹੈਗਾ, ਉਹਦੇ ਡਿਫਰੈਂਟ ਦਿਨ ਹੈਗੇ ਨੇ। ਸੋ ਪਲੀਜ਼ ਤੁਸੀਂ ਇਸ ਚੀਜ਼ ਦਾ ਫਾਇਦਾ ਉਠਾਓ ਜਿੰਨੇ ਵੀ ਤੁਸੀਂ ਕਾਲ ਕਰਦੇ ਹੋ। ਔਰ ਜਿਹੜੀ ਲੇਡੀ ਦਾ ਮੈਂ ਹੁਣੇ ਪੁੱਛਿਆ ਸੀ ਜਿਨ੍ਹਾਂ ਨੂੰ ਸ਼ਿਵਰ ਹੁੰਦੇ ਨੇ, ਠੰਡੀ ਲੱਗਦੇ ਆ, ਡਾਕਟਰ ਸਾਹਿਬ ਨੂੰ ਨਾ ਪੁੱਛਣਾ ਪਏਗਾ, ਹੀ ਨੀਡ ਟੂ ਨੋ ਮੋਰ ਹਿਸਟਰੀ ਅਬਾਊਟ ਯੂਰ ਮੈਡੀਕਲ ਹਿਸਟਰੀ ਵਗੈਰਾ। ਅਤੇ 1 to 1 ਤੁਸੀਂ ਗੱਲ ਕਰਕੇ ਕਰਿਓ ਅਤੇ ਉਹਦੇ ਨਾਲ ਫਿਰ ਡਾਕਟਰ ਸਾਹਿਬ ਤੁਹਾਨੂੰ ਦੱਸ ਸਕਦੇ ਨੇ ਕਿ ਕੀ ਇਲਾਜ ਹੋ ਸਕਦਾ, ਕੀ ਨਹੀਂ ਹੋ ਸਕਦਾ। ਪਰ ਉਹਦਾ ਡਾਕਟਰ ਜੀ ਕੋਈ ਨਾ ਕੋਈ ਤਾਂ ਇਲਾਜ ਲੱਭ ਲੈਂਦੇ ਨੇ। ਪਲੀਜ਼ ਸਟੇ ਟਿਊਨਡ ਇਨ, ਡੋਂਟ ਗੋ ਟੂ ਫਾਰ। ਅਸੀਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਹੁਣੇ ਵਾਪਸ ਆਏ। ਸਤਿ ਸ਼੍ਰੀ ਅਕਾਲ ਜੀ। बोले सोने हाल सास भी अकाल। ਵੈਲਕਮ ਬੈਕ ਇਨ ਦਾ ਸੈਕਿੰਡ ਪਾਰਟ। ਡਾਕਟਰ ਰਾਜ ਦੇ ਨਾਲ ਅਸੀਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ ਅਤੇ ਕਾਫੀ ਇੰਟਰਸਟਿੰਗ ਹੈ। ਅਸੀਂ ਦੋਨੋਂ ਜਿੱਦਾਂ ਮੈਂ ਦੱਸ ਕੇ ਹਟੇ ਹਾਂ, ਕਲਿੱਪ ਵਗੈਰਾ ਦਿਖਾ ਕੇ ਸਮਝ ਪੈਂਦੀ ਹੈ ਕਿ ਬ੍ਰੇਨ ਕਿਸ ਤਰ੍ਹਾਂ ਫੰਕਸ਼ਨ ਕਰਦਾ, ਕਿਹੜਾ ਪਾਰਟ ਕੀ ਕੰਮ ਕਰਦਾ ਬ੍ਰੇਨ ਦੇ ਵਿੱਚ। ਵੈਰੀ ਇੰਟਰਸਟਿੰਗ ਓਨੈਸਟਲੀ। ਅਤੇ ਹਮੇਸ਼ਾ ਦੇਖਿਆ ਕਰੋ, ਬੜਾ ਐਜੂਕੇਸ਼ਨਲ ਸ਼ੋਅ ਹੁੰਦਾ ਅਤੇ ਅਸੀਂ ਸ਼ੋਅ ਅੱਗੇ ਲੈ ਕੇ ਜਾਂਦੇ। ਮੈਂ ਡਾਕਟਰ ਜੀ ਨੂੰ ਵਾਪਸ ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਡਾਕਟਰ ਜੀ। ਹਾਂਜੀ ਭਾਈ, ਸੋ ਆਪਾਂ ਡਿਪਰੈਸ਼ਨ ਬਾਰੇ ਕਹਿ ਰਹੇ ਸੀ। ਤੇ ਜਦੋਂ ਕਿਸੇ ਦੀ ਬਿਮਾਰੀ ਕੋਈ ਲੰਬੀ ਹੋ ਜਾਂਦੀ ਹੈ, ਬਹੁਤ ਚਿਰਾਂ ਦੀ, ਕਈ ਸਾਲ ਹੋ ਜਾਂਦੇ ਆ, ਤੇ ਜਾਂ ਕਿ ਉਹਨਾਂ ਦੇ ਪੇਨ ਬਹੁਤ ਹੁੰਦਾ ਰਹਿੰਦਾ ਹੈ, ਤੇ ਇਹ ਵੀ ਵਿਚਾਰੇ ਡਿਪਰੈਸ਼ਨ ਚਲ ਜਾਂਦੇ ਆ। ਤੇ ਕਈ ਫਿਰ ਕਹਿਣ ਲੱਗ ਪੈਂਦੇ ਆ, ਇਹ ਜਿਹੜਾ ਪੇਨ ਹੁੰਦਾ, ਇੰਨਾ ਦਰਦ ਇਹਨਾਂ ਤੇ ਚੱਲ ਨਹੀਂ ਹੁੰਦਾ, ਇਹਨਾਂ ਨੂੰ ਤਾਂ ਮਰਨਾ ਚੰਗਾ ਹੈ, ਤੇ ਜੀਣ ਦਾ ਕੀ ਫਾਇਦਾ ਹੈ। ਤੇ ਇਸ ਕਰਕੇ ਉਹ ਵੀ ਡਿਪਰੈਸ਼ਨ ਚਲ ਜਾਂਦੇ ਆ। ਤੇ ਅਨਫੋਰਚੂਨੇਟਲੀ ਇਹ ਲੰਮੀਆਂ ਬਿਮਾਰੀਆਂ 'ਚ ਕਈ ਵਾਰੀ ਏਦਾਂ ਹੋ ਜਾਂਦਾ। ਤੇ ਕਰਕੇ ਪੇਨ ਕਿਲਰਸ ਜਿਹੜੇ ਉਹ ਕਈ ਵਾਰੀ ਕੰਮ ਨਹੀਂ ਕਰਦੇ ਹੈਗੇ ਪੂਰੇ, ਤੇ ਜਾਂ ਉਹਨਾਂ ਦੇ ਕੋਈ ਸਾਈਡ ਇਫੈਕਟ ਹੁੰਦੇ ਆ ਤੇ ਉਹ ਫਿਰ ਪੂਰਾ ਡੋਜ਼ ਲੈਂਦੇ ਨੇਗੇ। ਤੇ ਕਈ ਵਾਰੀ ਪੇਨ ਕਿਲਰਸ ਦੇ ਨਾਲ ਵੀ ਨਹੀਂ ਉਹਨਾਂ ਦੀ ਕੰਡੀਸ਼ਨ ਜਿਹੜੀ ਕੰਟਰੋਲ ਹੁੰਦੀ। ਤੇ ਬਾਕੀ ਇੱਕ ਹੋਰ ਗੱਲ ਆ ਭਾਜੀ, ਵੀ ਜਦੋਂ ਬੰਦਾ ਗੁੱਸਾ ਬਹੁਤ ਆਉਂਦਾ ਹੈ ਨਾ, ਤੇ ਉਹ ਪਰ ਗੁੱਸੇ ਨੂੰ ਕੱਢਦਾ ਨਹੀਂ ਬਾਹਰ, ਗੁੱਸੇ ਨੂੰ ਅੰਦਰ ਹੀ ਘੁੱਟ ਲੈਂਦਾ ਹੈ, ਤੇ ਉਹ ਵੀ ਮੇਨ ਕਾਜ਼ ਹੁੰਦਾ ਹੈ ਡਿਪਰੈਸ਼ਨ ਵਿੱਚ ਜਾਣ ਦਾ। ਤੇ ਕ੍ਰੋਨਿਕ ਡਿਪਰੈਸ਼ਨ ਉਹਦੇ ਨਾਲ ਹੋ ਸਕਦੀ ਹੈ, ਕਿਉਂਕਿ ਉਹ ਕ੍ਰੋਧ ਜਿਹੜਾ ਆ ਉਹ ਏਦਾਂ ਦੀ ਚੀਜ਼ ਕਿ ਉਹ ਬਾਹਰ ਕੱਢਣਾ ਪੈਂਦਾ ਹੈ। ਜੇ ਤੁਸੀਂ ਅੰਦਰ ਹੀ ਘੁੱਟ ਲੈਂਦੇ ਆ ਤਾਂ ਫਿਰ ਉਹ ਬੋਡੀ ਬ੍ਰੇਨ ਇਨ ਕਾਈਂਡ ਆਫ ਸ਼ਟ ਡਾਊਨ ਜਿਹਾ ਹੋ ਜਾਂਦਾ ਹੈ, ਤੇ ਡਲਨੈਸ ਵੀ ਪੈਦਾ ਹੋ ਜਾਂਦੀ, ਤੇ ਬੰਦਾ ਡਿਪਰੈਸ਼ਨ 'ਚ ਚਲੇ ਜਾਂਦਾ ਹੈ। ਤੇ ਇੱਕ ਹੋਰ ਚੀਜ਼ ਹੈ ਭਾਜੀ, ਪੇ ਉਹਨੂੰ ਸੈਡ ਸਿੰਡਰੋਮ ਕਹਿੰਦੇ ਆ, ਸੀਜ਼ਨਲ ਅਫੈਕਟਿਵ ਡਿਸਆਰਡਰ। ਤੇ ਸਿਆਲ ਵਿੱਚ ਲੋਕਾਂ ਨੂੰ ਡਿਪਰੈਸ਼ਨ ਜ਼ਿਆਦਾ ਹੁੰਦਾ ਹੈ, ਕਿਉਂਕਿ ਲਾਈਟ ਘੱਟ ਜਾਂਦੀ ਹੈ ਤੇ ਵਿਟਾਮਿਨ ਡੀ ਨਹੀਂ ਮਿਲਦੀ ਹੈਗੀ। ਤੇ ਇੱਦਾਂ ਦੇ ਬਹੁਤ ਹੀ ਕੇਸ ਆ ਕਿ ਸਿਆਲ ਵਿੱਚ ਉਹਨਾਂ ਨੂੰ ਡਿਪਰੈਸ਼ਨ, ਹਰੇਕ ਸਾਲ ਉਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ। ਤੇ ਇਹਦੇ ਲਈ ਇੱਕ ਲਾਈਟ ਬਾਕਸ ਬਣਾਈ ਆ, ਉਹ ਘਰ ਵਿੱਚ ਆਪਣੀ ਲਾਈਟ ਬਾਕਸ ਰੱਖ ਸਕਦੇ ਆ, ਤੇ ਉਹ ਅਲਟਰਾਵਾਇਲਟ ਲਾਈਟ ਵਗੈਰਾ ਉਹ ਮਿਕਸ ਕੀਤੀ ਉਹ ਲਾਈਟਸ ਜਿੱਦਾਂ ਦੇ ਚਾਹੀਦੇ ਬ੍ਰੇਨ ਨੂੰ, ਤੇ ਉਹਦੇ ਨਾਲ ਵੀ ਕਹਿੰਦੇ ਫਰਕ ਪੈ ਜਾਂਦਾ ਇੱਦਾਂ ਦੇ ਕੇਸ ਨੂੰ। ਤੇ ਬਾਕੀ ਆਪਾਂ ਦੇਖੀਦਾ ਵੀ ਜਿਹੜਾ ਡਿਪਰੈਸ਼ਨ ਹੈ ਲੇਡੀਜ਼ ਨੂੰ ਜ਼ਿਆਦਾ ਹੁੰਦਾ ਹੈ, ਤੇ ਸੋਚਣ ਵਾਲੀ ਗੱਲ ਆ ਵੀ ਲੇਡੀਜ਼ ਨੂੰ ਕਿਉਂ ਹੁੰਦਾ ਲੱਗਦਾ ਨਹੀਂ। ਤੇ ਤੁਹਾਨੂੰ ਪਤਾ ਵੀ ਲੇਡੀਜ਼ ਦਾ ਮੰਥਲੀ ਸਾਈਕਲ ਆਉਂਦਾ ਹੈ, ਤੇ ਉਹਨਾਂ ਦੇ ਹਾਰਮੋਨਸ ਜਿਹੜੇ ਆ ਉਸ ਵੇਲੇ ਅਨਬੈਲੈਂਸਡ ਹੋ ਜਾਂਦੇ। ਤੇ ਸੋ ਕਈ ਲੇਡੀਜ਼ ਨੂੰ ਹੁੰਦਾ ਵੀ ਮੰਥਲੀ ਸਾਈਕਲ ਆਉਣ ਤੋਂ ਪਹਿਲਾਂ ਉਹਨਾਂ ਨੂੰ ਸੈਡਨੈਸ ਹੋ ਜਾਂਦੀ ਆ, ਜਾਂ ਇਰੀਟੇਬਲ ਰਹਿੰਦੇ ਆ, ਜਾਂ ਰੋਣਾ ਜਿਹਾ ਹੁੰਦਾ ਰਹਿੰਦਾ ਆ, ਤੇ ਥਕਾਵਟ ਹੋ ਜਾਂਦੀ ਆ। ਇਹ ਸਾਰੇ ਹਾਰਮੋਨਸ ਕਰਕੇ ਆ, ਕਿਉਂਕਿ ਉਹਨਾਂ ਦਾ ਬੈਲੈਂਸ ਖਰਾਬ ਹੋ ਜਾਂਦਾ ਉਸ ਵੇਲੇ। ਤੇ ਹਾਂਜੀ, ਤੇ ਇੱਥੇ ਵੀ ਹੋਮਿਓਪੈਥੀ ਬਹੁਤ ਕਾਮਯਾਬ ਹੈ ਇਸ ਸਿੰਪਟਮਸ ਕੰਟਰੋਲ ਕਰਨ ਦੇ। ਤੇ ਬਾਕੀ ਹੁੰਦਾ ਜਿਹੜਾ ਬੇਬੀ ਬਲੂਜ਼ ਕਹਿੰਦੇ ਆ, ਪੋਸਟਨੇਟਲ ਡਿਪਰੈਸ਼ਨ। ਤੇ ਜਦੋਂ ਚਾਈਲਡ ਬਰਥ ਹੁੰਦੀ ਹੈ, ਬੱਚਾ ਦੇ ਜਨਮ ਤੋਂ ਬਾਅਦ ਲੇਡੀ ਕਈ ਵਾਰੀ ਡਿਪਰੈਸ਼ਨ ਵਿੱਚ ਚਲ ਜਾਂਦੀ ਆ, ਤੇ ਉਹਦਾ ਵੀ ਖਾਸ ਰੀਜ਼ਨ ਇਹ ਹੁੰਦਾ ਹੈ ਕਿ ਜਿਹੜੇ ਹਾਰਮੋਨਸ ਆ ਉਹਨਾਂ ਵਿੱਚ ਚੇਂਜ ਆਉਂਦੀ ਆ। ਤੇ ਪ੍ਰੈਗਨੈਂਸੀ ਵਿੱਚ ਵੀ ਕਈ ਵਾਰੀ ਹੋ ਜਾਂਦਾ ਡਿਪਰੈਸ਼ਨ।
ਤੇ ਕਰਕੇ ਜਿਹੜੇ ਹਾਰਮੋਨਸ ਆ ਉਹ ਬਹੁਤੇ ਚੇਂਜ ਆਉਂਦੇ ਉਹਨਾਂ 'ਚ ਅਨਬੈਲੈਂਸਡ ਹੋ ਜਾਂਦੇ ਆ ਤੇ ਉਹ ਹੋਮਿਓਪੈਥੀ ਉਹਨੂੰ ਬੈਲੈਂਸ ਅਪ ਕਰ ਦਿੰਦੀ ਹੈ ਤੇ ਡਿਪਰੈਸ਼ਨ ਦੇ ਕੇਸ ਇੱਦਾਂ ਦੇ ਬੜੀ ਜਲਦੀ ਠੀਕ ਹੋ ਜਾਂਦੇ ਤੇ ਇੱਕ ਹੋਰ ਟਾਈਮ ਵੀ ਹੈਗਾ ਲੇਡੀਜ਼ ਵਾਸਤੇ ਮੈਨੋਪੌਜ਼ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਾਈਮ ਹੈ ਜਿਸ ਵੇਲੇ ਮੰਥਲੀ ਸਾਈਕਲ ਜਿਹੜਾ ਉਹ ਬੰਦ ਹੋਣ ਲੱਗ ਪੈਂਦਾ ਉਸ ਵੇਲੇ ਜਾਂ ਉਹਦੇ ਵਿੱਚ ਕਾਫੀ ਚੇਂਜਸ ਆਉਂਦੇ ਤੇ ਉਦੋਂ ਵੀ ਬਹੁਤ ਹੀ ਲੇਡੀਜ਼ ਡਿਪਰੈਸ਼ਨ ਵਿੱਚ ਚਲੇ ਜਾਂਦੀਆਂ ਤੇ ਉਹਨਾਂ ਨੂੰ ਵੀ ਨਾਲੇ ਤਾਂ ਹੌਟ ਫਲਸ਼ ਆਉਂਦੇ ਆ ਗਰਮੀ ਚੜ੍ਹਦੀ ਕਦੇ ਠੰਡ ਲੱਗਦੀ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਰੋਣਾ ਆਉਂਦਾ ਹੈ ਜਾਂ ਡਿਪਰੈਸ਼ਨ ਸੈਡਨੈਸ ਉਦਾਸੀ ਹਾਂਜੀ ਜਾਂ ਉਹ ਖਿਝ ਆਉਂਦੀ ਰਹਿੰਦੀ ਐਵੇਂ ਤੇ ਉਦੋਂ ਬਹੁਤ ਜ਼ਿਆਦਾ ਹੀ ਸਵੇਰ ਚੇਂਜਸ ਆਉਂਦੇ ਆ ਤੇ ਉਸ ਵੇਲੇ ਵੀ ਲੇਡੀਜ਼ ਕਾਫੀ ਡਿਪਰੈਸ਼ਨ ਵਿੱਚ ਚਲੀ ਜਾਂਦੀਆਂ ਤੇ ਇਹਦੇ ਵਾਸਤੇ ਤੁਹਾਨੂੰ ਡਿਪਰੈਸ਼ਨ ਵਾਸਤੇ ਜੇ ਤੁਸੀਂ ਜੀਪੀ ਕੋਲ ਜਾਂਦੇ ਆ ਤੇ ਤੁਹਾਨੂੰ ਐਂਟੀ ਡਿਪਰੈਸੈਂਟਸ ਦੇਣਗੇ ਜਿੱਦਾਂ ਹੁੰਦਾ ਸਰਟਰਲਿਨ ਜਾਂ ਫਲੂਓਕਸੀਟਿਨ ਇਹ ਖਾਸ ਜਾਂ ਸਾਈਟੈਲੋਪ੍ਰੈਮ ਤੇ ਇਹਨਾਂ ਨੂੰ ਕਹਿੰਦੇ SSRI ਡਰੱਗਸ ਸਿਲੈਕਟਿਵ ਸੈਰੋਟੋਨਿਨ ਰੀਅਪਟੇਕ ਇਨਹਿਬਿਟਰਸ ਇਹਦਾ ਮਤਲਬ ਇਹ ਆ ਕਿ ਜਿਹੜਾ ਸੈਰੋਟੋਨਿਨ ਜਿਹੜਾ ਨਿਊਰੋਟ੍ਰਾਂਸਮਿਟਰ ਬ੍ਰੇਨ ਵਿੱਚ ਆ ਉਹਨੂੰ ਇਹ ਦਵਾਈਆਂ ਵਧਾਉਂਦੀਆਂ ਆ ਸੋ ਇਹ ਜ਼ਿਆਦਾ ਹੋਊਗਾ ਉਹ ਬ੍ਰੇਨ ਵਿੱਚ ਤੇ ਡਿਪਰੈਸ਼ਨ ਘੱਟ ਜਾਊਗਾ ਤੇ ਪਰ ਅਨਫੋਰਚੂਨੇਟਲੀ ਇਹਨਾਂ ਦੇ ਸਾਈਡ ਇਫੈਕਟ ਕਾਫੀ ਹੁੰਦੇ ਇਹਨਾਂ ਦੇ ਦਵਾਈਆਂ ਦੇ ਤੇ ਹਰੇਕ ਹੀ ਚੱਲਦਾ ਨਹੀਂ ਹੈਗਾ ਤੇ ਇਹਨੂੰ ਐਡਵਾਈਸ ਦਿੰਦੇ ਆ ਕਿ ਤੁਸੀਂ ਇਹ ਬੇਸ਼ੱਕ ਤੁਹਾਨੂੰ ਸਾਈਡ ਇਫੈਕਟ ਹੁੰਦੇ ਫਿਰ ਵੀ ਖਾਈ ਜਾਓ ਤੇ ਹੌਲੀ ਹੌਲੀ ਤੁਹਾਡੀ ਬੋਡੀ ਯੂਜ਼ਡ ਹੋ ਜਾਊਗੀ ਤੇ ਤੁਹਾਨੂੰ ਜਿਹੜਾ ਸੈਰੋਟੋਨਿਨ ਬੈਨੀਫਿਟ ਹੈ ਉਹ ਤੁਹਾਨੂੰ ਮਿਲਣ ਲੱਗ ਪਏਗਾ ਪਰ ਹਰੇਕ ਹੀ ਚੱਲਦਾ ਨਹੀਂ ਇਹਨਾਂ ਦਵਾਈਆਂ ਦਾ ਦਸ ਦਾ ਪ੍ਰੋਬਲਮ ਸੋ ਇੱਥੇ ਆਪਾਂ ਨੈਚੁਰਲ ਪ੍ਰੋਡਕਟਸ ਕੁਝ ਦੇਖਦੇ ਆ ਜਿਹੜੇ ਨੈਚੁਰਲੀ ਤੁਹਾਡੇ ਬ੍ਰੇਨ ਵਿੱਚ ਸੈਰੋਟੋਨਿਨ ਕੈਮੀਕਲ ਜਿਹੜਾ ਵਧਾ ਸਕਣ ਸੋ ਇੱਥੇ ਵੀ ਸਾਈਡ ਇਫੈਕਟ ਨਹੀਂ ਹੁੰਦੇ ਡਾਕਟਰ ਸਾਹਿਬ ਅਸੀਂ ਆਪਣੀ ਨੀਂਦ ਦੀ ਗੱਲ ਕੀਤੀ ਹੈ ਆਪਾਂ ਮਾਈਂਡ ਕੰਟਰੋਲ ਕਰਨ ਦੀ ਗੱਲ ਕੀਤੀ ਐਂਗਜ਼ਾਇਟੀ ਦੀ ਗੱਲ ਕੀਤੀ ਹੈਗੀ ਹੈ ਕਾਫੀ ਕੰਟਰੀਬਿਊਸ਼ਨ ਹੁੰਦੀ ਹੈ ਡਿਪਰੈਸ਼ਨ ਲਈ ਡਾਕਟਰ ਸਾਹਿਬ ਆਪਣੇ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਜਿਹੜੇ ਮਾਮਾ ਸੀ ਉਹ ਕਹਿੰਦੇ ਆ ਬ੍ਰੇਨ ਨੂੰ ਸ਼ਾਰਪ ਕਰਨ ਲਈ ਉਹਦਾ ਆਲਮੰਡ ਆਇਲ ਉਹਦੀ ਮਸਾਜ ਕਰਨੀ ਸਿਰ ਦੇ ਵਿੱਚ ਜਾਂ ਬਦਾਮ ਖਾਣ ਨੂੰ ਦੇਣੇ ਡਜ਼ ਇਟ ਰੀਅਲੀ ਮੇਕ ਅ ਡਿਫਰੈਂਟ ਟੂ ਬ੍ਰੇਨ ਕੋਈ ਸ਼ਾਰਪ ਹੁੰਦਾ ਉਹਦੇ ਨਾਲ ਹਾਂਜੀ ਫਰਕ ਪੈਂਦਾ ਹੈ ਕਿਉਂਕਿ ਤੁਹਾਨੂੰ ਓਮੇਗਾ 3 ਮਿਲਦਾ ਨਾ ਤੇ ਓਮੇਗਾ 3 ਖਾਸ ਕਰਕੇ ਨਟਸ ਵਿੱਚੋਂ ਮਿਲਦਾ ਹੈ ਤੇ ਜਾਂ ਆਪਣੀ ਜਿਹੜੀ ਅਲਸੀ ਹੁੰਦੀ ਹੈ ਅਲਸੀ ਚੋਂ ਓਮੇਗਾ 3 ਮਿਲਦਾ ਹੈ ਜਾਂ ਫਿਸ਼ ਆਇਲ ਹੁੰਦੇ ਜਿਹੜੇ ਉਹਨਾਂ ਚੋਂ ਓਮੇਗਾ 3 ਤੇ ਓਮੇਗਾ 3 ਬ੍ਰੇਨ ਲਈ ਜ਼ਿਆਦਾ ਹੀ ਖਾਸ ਇੰਪੋਰਟੈਂਟ ਹੈ ਡਾਕਟਰ ਸਾਹਿਬ ਜਿਹੜਾ ਹੁਣ ਬ੍ਰੇਨ ਹੈਗਾ ਇੱਕ ਬੰਦਾ ਤਾਂ ਬੜਾ ਫਾਸਟ ਹੁੰਦਾ ਦੇ ਵੈਰੀ ਕੁਇਕ ਥਿੰਕਰਸ ਦੇ ਕਮ ਅਪ ਵਿਦ ਦੀ ਆਨਸਰ ਸੋ ਕੁਇਕਲੀ ਇੱਕ ਬ੍ਰੇਨ ਥੋੜਾ ਡਲ ਹੁੰਦਾ ਹੈ ਉਹ ਕਿਉਂ ਵਾਈ ਦੇਰ ਇਜ਼ ਅ ਡਿਫਰੈਂਟ ਪਰਸਨ ਟੂ ਪਰਸਨ ਇਹਦਾ ਕਿਉਂ ਫਰਕ ਹੁੰਦਾ ਉਹਦੇ ਵਿੱਚ ਸੋ ਹੋ ਸਕਦਾ ਵੀ ਉਹ ਜਿਹੜੇ ਨਿਊਰੋਟ੍ਰਾਂਸਮਿਟਰਸ ਆ ਕਿਸੇ ਦੇ ਬ੍ਰੇਨ ਵਿੱਚ ਜ਼ਿਆਦਾ ਹੈਗੇ ਆ ਤੇ ਕਿਸੇ ਦੇ ਘੱਟ ਹੈਗੇ ਇਹ ਵੀ ਹੋ ਸਕਦਾ ਕਈ ਕੁਦਰਤੀ ਹੁੰਦਾ ਨੈਚੁਰਲੀ ਆ ਜੈਨੇਟਿਕਸ ਵੀ ਹੁੰਦਾ ਉਹਨਾਂ ਦਾ ਜੈਨੇਟਿਕ ਮੇਕਅਪ ਉਹਨਾਂ ਦਾ ਇਦਾਂ ਦਾ ਹੀ ਆ ਉਹਨਾਂ ਦੀ ਬੋਡੀ ਸਾਰੀ ਬੋਡੀ ਫਾਸਟ ਹੀ ਚੱਲਦੀ ਬ੍ਰੇਨ ਕੁਦਰਤੀ ਬ੍ਰੇਨ ਉਹਨਾਂ ਦਾ ਫਾਸਟ ਚੱਲਦਾ ਡਾਕਟਰ ਸਾਹਿਬ ਕੋਈ ਨਿਊਟ੍ਰੀਸ਼ਨ ਦਾ ਲੈਣਾ ਦੇਣਾ ਇਹਦੇ ਨਾਲ ਕਿ ਉਹਨੂੰ ਜਿਹੜੀ ਖੁਰਾਕ ਦੇਣੀ ਚਾਹੀਦੀ ਨਿਊਟ੍ਰੀਸ਼ਨ ਦੇਣੀ ਚਾਹੀਦੀ ਬ੍ਰੇਨ ਨੂੰ ਉਹ ਘੱਟ ਮਿਲੀ ਉਹਦੇ ਨਾਲ ਵੀ ਤੁਹਾਨੂੰ ਡਿਫੈਕਟ ਪੈ ਸਕਦਾ ਹਾਂ ਉਹਦੇ ਨਾਲ ਪੈ ਸਕਦਾ ਕਿਉਂਕਿ ਐਕਸਪੈਰੀਮੈਂਟ ਕੀਤੇ ਗਏ ਆ ਇਹ ਡਿਪਰੈਸ਼ਨ ਦੇ ਕੇਸ ਉਹਨੇ ਕੋਸ਼ਿਸ਼ ਕੀਤੀ ਆ ਸਾਇੰਟਿਸਟ ਨੇ ਕੋਈ ਵਿਟਾਮਿਨਸ ਦੇ ਨਾਲ ਜਾਂ ਮਿਨਰਲਸ ਦੇ ਨਾਲ ਟ੍ਰੀਟਮੈਂਟ ਥੈਰੇਪੀ ਹੋ ਸਕਦੀ ਕਿ ਨਹੀਂ ਹੋ ਸਕਦੀ ਤੇ ਉੱਥੇ ਕਈ ਥਾਂ ਤੇ ਸਕਸੈਸ ਹੋਈ ਆ ਤੇ ਉਹਨੇ ਦੇਖਿਆ ਵੀ ਜਿਹੜੇ ਤਾਂ ਨੈਚੁਰਲ ਫੂਡਸ ਖਾਂਦੇ ਆ ਹਨਾ ਹਰੀਆਂ ਚੀਜ਼ਾਂ ਖਾਂਦੇ ਆ ਤੇ ਉਹਨਾਂ ਦਾ ਚਾਂਸ ਘੱਟ ਜਾਂਦਾ ਡਿਪਰੈਸ਼ਨ ਦਾ ਤੇ ਡਿਪਰੈਸ਼ਨ ਥੋੜੀ ਬਹੁਤੀ ਇੰਪਰੂਵਮੈਂਟ ਵੀ ਹੋ ਜਾਂਦੀ ਆ ਕਿਉਂਕਿ ਜਿਹੜੇ ਜੰਕ ਫੂਡਸ ਆ ਉਹਨਾਂ ਵਿੱਚ ਵਿਟਾਮਿਨਸ ਮਿਨਰਲਸ ਮਿਲਦੇ ਨਹੀਂ ਜੰਕ ਫੂਡਸ ਵਿੱਚ ਫਾਸਟ ਫੂਡਸ ਵਿੱਚ ਤੇ ਉਹਦੇ ਨਾਲ ਬੋਡੀ ਵਿੱਚ ਘਾਟ ਪੈ ਜਾਂਦੀ ਆ ਤੇ ਜੇ ਤੁਸੀਂ ਸਪਲੀਮੈਂਟ ਕਰੋ ਜਾਂ ਤੁਸੀਂ ਉਹ ਚੰਗੇ ਜਿਹੜੇ ਫਰੈਸ਼ ਖਾਣੇ ਉਹ ਖਾਓ ਹਨਾ ਹਰੀਆਂ ਚੀਜ਼ਾਂ ਖਾਓ ਤੇ ਉਹ ਫਿਰ ਤੁਹਾਡੇ ਜਿਹੜੇ ਘਾਟ ਆ ਪੂਰੀ ਹੋ ਜਾਂਦੀ ਆ ਤੇ ਖਾਸ ਕਰਕੇ ਇਹ ਦੇਖਿਆ ਉਹਨੇ ਵੀ ਲੇਡੀਜ਼ ਵਿੱਚ ਜਿਹੜੇ ਬੀ ਵਿਟਾਮਿਨਸ ਆ ਨਾ B12 ਹੋਇਆ B6 ਹੋਇਆ ਫੋਲੇਟ ਤੇ ਇਹ ਖਾਸ ਕਰਕੇ ਘਟ ਜਾਂਦੇ ਲੇਡੀਜ਼ ਵਿੱਚ ਇਹ ਸਪਲੀਮੈਂਟ ਕਰਨ ਦੇ ਨਾਲ ਵੀ ਕਈ ਡਿਪਰੈਸ਼ਨ ਦੇ ਕੇਸ ਠੀਕ ਹੋ ਜਾਂਦੇ ਆ ਤੇ ਜਿਹੜੀਆਂ ਲੇਡੀਜ਼ ਕਾਂਟਰਸੈਪਟਿਵ ਪਿਲ ਖਾਂਦੀਆਂ ਆ ਉਹਦੇ ਨਾਲ ਜਿਹੜਾ ਵਿਟਾਮਿਨ B6 ਆ ਉਹ ਕਮ ਹੋ ਜਾਂਦਾ ਆ ਤੇ ਉਹ ਉੱਥੇ ਜ਼ਰੂਰ ਉਹ ਸਪਲੀਮੈਂਟ ਕਰਨਾ ਚਾਹੀਦਾ ਨਾਲ ਕਿਉਂਕਿ ਉਹ ਵੀ ਕੰਮ ਹੋਣ ਦੇ ਨਾਲ ਕਈ ਲੇਡੀਜ਼ ਡਿਪਰੈਸ਼ਨ ਵਿੱਚ ਚਲੇ ਜਾਂਦੀਆਂ
ਡਾਕਟਰ ਸਾਹਿਬ ਮੇਰੇ ਪਾਸ ਹੈਗੇ ਨੇ ਟੌਪ ਟਿਪਸ ਟੂ ਕੋਪ ਵਿਦ ਐਂਗਜ਼ਾਇਟੀ। ਹੁਣ ਐਂਗਜ਼ਾਇਟੀ ਇਜ਼ ਵਨ ਆਫ ਦ ਮੇਨ ਕਾਜ਼ਜ਼ ਐਜ਼ ਵੈਲ ਫॉर द डिप्रेशन। ਜਦੋਂ ਮੈਂ ਉਹਦੀ ਲਿਸਟ ਕਰਾਂ, ਅੰਡਰਸਟੈਂਡ ਯੂਰ ਐਂਗਜ਼ਾਇਟੀ ਕਿ ਕਿਹੜੀ ਐਂਗਜ਼ਾਇਟੀ ਹੈਗੀ ਹੈ, ਚੈਲੰਜ ਯੂਰ ਐਂਕਸ਼ੀਅਸ ਥੋਟਸ, ਜਿਹੜੇ ਤੁਹਾਡੇ ਐਂਕਸ਼ੀਅਸ ਥੋਟਸ ਹੈਗੇ ਆ ਉਹਨੂੰ ਤੁਸੀਂ ਚੈਲੰਜ ਕਰੋ। ਮੇਕ ਟਾਈਮ ਫॉर ਵਰੀਜ਼, ਇਹਦੇ ਬਾਰੇ ਮੈਂ ਤੁਹਾਨੂੰ ਪੁੱਛਾਂਗਾ। ਮੇਕ ਟਾਈਮ ਫॉर ਵਰੀਜ਼। ਦੂਸਰਾ ਹੈਗਾ ਸ਼ਿਫਟ ਯੂਰ ਫੋਕਸ ਕਿਤੇ ਇੱਕ ਦਫਾ ਤੁਸੀਂ ਬਹੁਤ ਸੋਚੀ ਜਾਂਦੇ ਹੋ, ਆਪਣਾ ਮਾਈਂਡ ਕਿਸੇ ਹੋਰ ਪਾਸੇ ਲੈ ਲਓ, ਬਿਜ਼ੀ ਕਰ ਲਓ। ਵੋਕ ਅਵੇ ਫਰੋਮ ਐਂਗਜ਼ਾਇਟੀ ਜਿਹੜੀ ਤੁਹਾਨੂੰ ਡਿਵੈਲਪ ਹੋ ਰਹੀ ਬ੍ਰੇਨ ਦੇ ਵਿੱਚ, ਉਹਨੂੰ ਦੂਰ ਲੈ ਕੇ ਚਲੇ ਜਾਓ। ਐਂਡ ਫੇਸ ਥਿੰਗਸ ਯੂ ਵਾਂਟ ਟੂ ਅਵੋਇਡ, ਬਹੁਤ ਇੰਪੋਰਟੈਂਟ ਗੱਲ ਹੈ। ਅਗਰ ਤੁਹਾਡੇ ਕੋਈ ਦਿਮਾਗ ਦੇ ਵਿੱਚ ਇੱਦਾਂ ਦੀ ਚੀਜ਼ ਹੈਗੀ, ਉਹਦਾ ਗ੍ਰਿਪ ਕਰੋ, ਉਹਨੂੰ ਲੈ ਕੇ ਬੈਠੇ ਨਾ ਰਹੋ ਬਹੁਤੀ ਦੇਰ ਤੱਕ। ਕਿਉਂਕਿ ਡਾਕਟਰ ਸਾਹਿਬ ਇੱਕ ਬੜੀ ਵੱਡੀ ਗੱਲ ਹੈਗੀ ਹੈ, ਜਦੋਂ ਐਂਗਜ਼ਾਇਟੀ ਦੀ ਗੱਲ ਕਰਦੇ ਬੜੇ ਤਰੀਕੇ ਹੈਗੇ ਉਹਦੇ। ਕੋਈ ਵਰੀ ਹੈਗੀ ਹੈ, ਤੁਸੀਂ ਸਾਰੀ ਰਾਤ ਸੌਂਦੇ ਨਹੀਂ, ਤੁਸੀਂ ਸੋਚੀ ਜਾਂਦੇ ਹੋ। ਹੁਣ ਸੋਚ ਦੇ ਨਾਲ ਸਾਰੀ ਰਾਤ ਉਹਦਾ ਕੋਈ ਭਲਾ ਤਾਂ ਹੋਣਾ ਨਹੀਂ ਹੈ, ਤੇ ਉਹਨੂੰ ਸ਼ਿਫਟ ਕਰੋ, ਵਰੀ ਨੂੰ ਕਿਸੇ ਹੋਰ ਪਾਸੇ ਮਨ ਲੈ ਕੇ ਜਾਵੋ। ਤੁਸੀਂ ਇਹਦੇ ਬਾਰੇ ਆਪਣੇ ਥੋੜ੍ਹੇ ਬਹੁਤੇ ਟਿਪ ਦੇਵੋ ਕਿ ਇਨਸਾਨ ਕੀ ਕਰੇ। ਪਹਿਲੀ ਤਾਂ ਇੰਪੋਰਟੈਂਟ ਹੈ, ਐਵਰੀ ਪਰਸਨ ਮਸਟ ਗੈਟ ਅ ਗੁੱਡ ਸਲੀਪ। 8 ਘੰਟੇ ਦੀ ਮਿਨੀਮਮ 7-8 ਘੰਟੇ ਦੀ ਚਾਹੀਦੀ ਹੈ। ਇੰਪੋਰਟੈਂਟ अर्ली सौ के अर्ली उठना। एंड ਜਿਹੜੇ ਥਾਟਸ ਹੈਗੇ ਨਾ ਡਾਕਟਰ ਜੀ, ਇਜ਼ ਦੈਟ ਰਾਈਟ ਜੇ ਮੈਂ ਕਹਾਂ ਕਿ ਤੁਹਾਡੇ ਪਾਸ ਇੰਨੀ ਪਾਵਰ ਹੈਗੀ ਹੈ, ਤੁਸੀਂ ਆਪਣੇ ਥਾਟਸ ਕੰਟਰੋਲ ਕਰ ਸਕਦੇ ਹੋ? ਹਰ ਵੇਲੇ ਨਹੀਂ ਹੁੰਦਾ ਭਾਜੀ। ਦੇਖੋ, ਜੇ ਤਾਂ ਹੈਗੇ ਮਾਈਨਰ ਕੰਡੀਸ਼ਨ ਹੈ ਨਾ, ਮਾਈਨਰ ਐਂਗਜ਼ਾਇਟੀ ਹੈਗੀ ਆ, ਤੇ ਉਹ ਤੁਸੀਂ ਕੰਟਰੋਲ ਕਰ ਸਕਦੇ ਆ। ਤੇ ਖਾਸ ਕਰਕੇ ਹੈਗਾ ਵੀ ਜਦੋਂ ਤੁਹਾਨੂੰ ਕੋਈ ਫਿਕਰ ਹੁੰਦਾ ਹੈ, ਤੁਸੀਂ ਆਪਣੀ ਫੈਮਿਲੀ ਦੇ ਨਾਲ ਸ਼ੇਅਰ ਕਰੋ। ਹਾਂਜੀ, ਆਪਣੀ ਫੈਮਿਲੀ ਦੇ ਨਾਲ ਵਿਚਾਰ ਕਰੋ, ਤੇ ਉਹੀ ਤੁਹਾਡਾ ਵਿਚਾਰ ਕਰਨ ਦੇ ਨਾਲ ਤੁਹਾਡਾ ਮਨ ਹੌਲਾ ਹੋ ਜਾਂਦਾ ਹੈ। ਹਾਂਜੀ, ਕੋਈ ਖਾਸ ਤੁਹਾਡਾ ਦੋਸਤ ਆ, ਉਹਦੇ ਨਾਲ ਗੱਲ ਕਰ ਲਓ ਕਿ ਤੁਹਾਨੂੰ ਪ੍ਰੋਬਲਮ ਹੈ, ਆਪਣਾ ਉਹਨੂੰ ਦੱਸੋ, ਤੇ ਉਹੀ ਤੁਹਾਡਾ ਜਿਹੜਾ ਮਨ ਆ ਫਿਰ ਥੋੜਾ ਜਿਹਾ ਹੌਲਾ ਹੋ ਜਾਂਦਾ। ਹਾਂਜੀ, ਤੇ ਐਂਗਜ਼ਾਇਟੀ ਵੱਧਦੀ ਨਹੀਂ ਹੈਗੀ। ਜੇ ਤੁਸੀਂ ਆਪਣੇ ਅੰਦਰ ਹੀ ਰੱਖਦੇ ਸਾਰੀ ਐਂਗਜ਼ਾਇਟੀ, ਆਪਣੀ ਫਿਕਰ ਸਾਰੇ, ਤੇ ਤੁਸੀਂ ਉਹ ਹਰ ਵੇਲੇ ਉਹਦੇ ਬਾਰੇ ਸੋਚੀ ਜਾਂਦੇ, ਉਹ ਫਿਰ ਵੱਧਦਾ ਹੀ ਰਹਿੰਦਾ। ਤੇ ਫਿਰ ਕਈ ਵਾਰੀ ਥੋਟਸ ਜਿਹੜੇ ਇੰਨੇ ਵੱਧ ਜਾਂਦੇ ਆ, ਉਹ ਤੋਂ ਫਿਰ ਕੰਟਰੋਲ ਚੋਂ ਬਾਹਰ ਆ ਜਾਂਦੇ ਆ। ਤੇ ਇੱਥੇ ਫਿਰ ਤੁਹਾਨੂੰ ਦਵਾਈ ਦੀ ਲੋੜ ਆ, ਕਿਉਂਕਿ ਤੁਸੀਂ ਫਿਰ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਆਪ ਖੁਦ। ਡਾਕਟਰ ਸਾਹਿਬ, ਹੁਣ ਤੁਹਾਨੂੰ ਪਤਾ ਕੋਵਿਡ ਕਰਕੇ, ਲਾਕਡਾਊਨ ਕਰਕੇ ਲੋਕੀ ਸਭ ਘਰ ਬੈਠੇ ਨੇ। ਐਂਡ ਇਨਫੈਕਟ ਮੈਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਅਨਫੋਰਚੂਨਟਲੀ ਆਈ ਡੋਂਟ ਹੈਵ ਦ ਨੰਬਰ ਜਿਹੜੇ ਇਨਕਰੀਜ਼ ਹੋਏ ਨੇ ਮੈਂਟਲ ਕੇਸਿਸ ਦੇ ਲੋਕਾਂ ਨੂੰ, ਦੇ ਗੋਇੰਗ ਟੂਵਰਡਸ ਦ ਡਿਪਰੈਸ਼ਨ ਵਿੱਚ। ਡਾਕਟਰ ਸਾਹਿਬ, ਮੈਂਟਲ ਵੈਲ-ਬੀਇੰਗ ਵਾਈਲ ਸਟੇਇੰਗ ਐਟ ਹੋਮ, ਇਹਦੇ ਪਾਸ ਤੁਹਾਡੇ ਕੋਲ ਟਿਪ ਹੈਗੇ ਨੇ? ਜਿੱਦਾਂ ਹੁਣ ਲਾਕਡਾਊਨ ਦੇ ਵਿੱਚ ਲੋਕ ਘਰ ਹੈਗੇ ਨੇ, ਕਿ ਦਿਸ ਇਜ਼ ਦ ਵਰਸਟ ਥਿੰਗ ਲਾਕਡਾਊਨ ਦੇ ਵਿੱਚ, ਮਤਲਬ ਦਾ ਬੜੀ ਕੰਟਰੀਬਿਊਸ਼ਨ ਟੂ ਦ ਡਿਪਰੈਸ਼ਨ। ਉਹ ਕੀ ਕਰ ਸਕਦੇ ਇਹਦੇ ਵਿੱਚ ਟੂ ਅਵੋਇਡ ਕਿ ਉਹ ਬੰਦਿਆਂ ਨੂੰ, ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਡਾਕਟਰ ਸਾਹਿਬ, ਕਈ ਦਫਾ ਬੰਦੇ ਦਾ ਦਿਲ ਹੀ ਨਹੀਂ ਕਰਦਾ ਕੁਝ ਕਰਨ ਨੂੰ, ਯੂ ਜਸਟ ਡੋਂਟ ਗੈਟ ਅਪ, ਸੈਟੀ 'ਤੇ ਬੈਠੇ ਹੋ, ਘਰ ਬੈਠੇ ਹੋ। ਕਈਆਂ ਲੋਕਾਂ ਦੇ ਜਿਹੜੇ ਵੱਡੇ ਮਕਾਨਾਂ ਦੇ ਵੈਰੀ ਫੋਰਚੂਨੇਟ, ਦੇ ਕੈਨ ਮੂਵ ਅਰਾਊਂਡ ਅਪਸਟੇਅਰ, ਡਾਊਨਸਟੇਅਰਸ, ਗਾਰਡਨ 'ਚ ਬੈਠ ਸਕਦੇ ਨੇ, ਕੰਜ਼ਰਵੇਟਿਵ ਬੈਠ ਸਕਦੇ। ਜਿਹੜੇ ਲੋਕੀ ਫਲੈਟਾਂ 'ਚ ਨੇ, 4 ਦੀਵਾਰਾਂ ਦੇ ਅੰਦਰ, ਡਾਕਟਰ ਸਾਹਿਬ ਉਹਦਾ ਦੀ ਬੜੀ ਮੁਸ਼ਕਿਲ ਚੀਜ਼ ਹੈ, ਬੜੀ ਟੂ ਕੰਟਰੋਲ ਬੀਇੰਗ ਵੈਲ-ਬੀਇੰਗ ਕਿੱਦਾਂ ਕਰ ਸਕਦੇ ਹੋ? ਹਾਂਜੀ ਭਾਜੀ, ਦੇਖੋ, ਤੁਸੀਂ ਆਪਣੇ ਯਾਰ ਦੋਸਤਾਂ ਨੂੰ, ਫੈਮਿਲੀ ਨੂੰ ਫੋਨ ਤਾਂ ਲਗਾ ਸਕਦੇ ਹੋ ਨਾ, ਤੇ ਜਿੰਨੇ ਵੀ ਹੈਗੇ ਤੁਹਾਡੇ ਰੈਗੂਲਰ, ਤੁਸੀਂ ਉਹਨਾਂ ਨੂੰ ਫੋਨ ਕਰੋ, ਉਹਨਾਂ ਨਾਲ ਗੱਲਬਾਤ ਕਰੋ। ਤੇ ਤੁਸੀਂ ਵਾਕ ਕਰਨ ਤਾਂ ਜਾ ਹੀ ਸਕਦੇ ਹੋ। ਹਾਂਜੀ, ਤੇ ਇਹ ਤਾਂ ਨਹੀਂ ਤੁਹਾਨੂੰ ਮਨਾ ਹੈ ਕਿ ਐਕਸਰਸਾਈਜ਼ ਤੁਹਾਨੂੰ ਅਲਾਉਡ ਆ, ਤੇ ਤੁਸੀਂ ਜ਼ਰੂਰ ਰੋਜ਼ ਇੱਕ ਵਾਕ ਕਰਕੇ ਆਓ, ਜਾਂ 2 ਵਾਰੀ ਵੀ ਜਾ ਸਕਦੇ ਆ। ਫਰੈਸ਼ ਏਅਰ ਲਓ, ਤੇ ਘਰ ਵੀ ਤੁਸੀਂ ਕੁਛ ਨਾ ਕੁਛ ਬਿਜ਼ੀ ਰਹੋ ਨਾ, ਕੁਛ ਨਾ ਕੁਛ ਕਰੋ। ਜਿੱਦਾਂ ਮੈਂ ਦੱਸਿਆ ਸੀ, ਤੁਹਾਨੂੰ ਨਹੀਂ ਜਾਂ ਪੜ੍ਹਨਾ ਆਉਂਦਾ ਹੈ ਤਾਂ ਤੁਸੀਂ ਬੁੱਕ ਪੜ੍ਹ ਲਓ, ਕੁਛ ਨਵੀਂ ਚੀਜ਼ ਸਿੱਖੋ। ਤੇ ਨਹੀਂ ਪੜ੍ਹਨਾ ਆਉਂਦਾ ਹੈਗਾ ਤਾਂ ਜਿਗਸੋ ਪਜ਼ਲ ਬਣਾ ਲਓ, ਤੇ ਬ੍ਰੇਨ ਨੂੰ ਥੋੜ੍ਹੀ ਐਕਟਿਵ ਰੱਖੋ। ਪਰ ਸਹੀ ਗੱਲ ਹੈ, ਲਾਕਡਾਊਨ ਦਾ ਇਫੈਕਟ ਮੈਂਟਲ ਹੈਲਥ ਤੇ ਕਾਫੀ ਪਿਆ ਲੋਕਾਂ ਦੇ, ਸਿਰਫ ਬਜ਼ੁਰਗਾਂ ਦੇ ਨਹੀਂ, ਪਰ ਬੱਚਿਆਂ ਦੇ ਵੀ ਕਾਫੀ ਪੈ ਰਿਹਾ ਹੈ। ਕਿਉਂਕਿ ਬੱਚੇ ਤਾਂ ਤੁਹਾਨੂੰ ਪਤਾ ਹੀ ਫ੍ਰੀ ਮਾਈਂਡ ਹੁੰਦਾ ਉਹਨਾਂ ਦਾ, ਹਰ ਵੇਲੇ ਖੇਡਦੇ ਆ, ਬਾਹਰ ਜਾਂਦੇ ਆ, ਸਪੋਰਟਸ ਕਰਦੇ ਆ, ਤੇ ਉਹ ਵੀ ਹੁਣ ਬੰਦ ਹੋ ਕੇ ਘਰੇ ਬੈਠੇ ਆ। ਸੋ ਉਹਨਾਂ ਤੇ ਵੀ ਅਸਰ ਪੈਂਦਾ ਹੀ ਆ। ਤੇ ਤੁਹਾਨੂੰ ਪਤਾ ਹੀ ਉਹ ਟਾਈਮ ਕਿੱਦਾਂ ਪਾਸ ਕਰਦੇ ਆ, ਕੰਪਿਊਟਰ ਤੇ ਗੇਮਾਂ ਖੇਡਦੇ ਰਹਿੰਦੇ ਆ, ਤੇ ਜ਼ਿਆਦਾ ਚਿਰ ਵੀ ਕੰਪਿਊਟਰ ਗੇਮਾਂ ਖੇਡਣੀਆਂ ਇਹ ਕਿਹੜੀਆਂ ਚੰਗੀਆਂ, ਤੇ ਇਹਨਾਂ ਦਾ ਵੀ ਐਡਿਕਸ਼ਨ ਜਿਹਾ ਹੋ ਜਾਂਦਾ ਬੱਚੇ ਨੂੰ। ਡਾਕਟਰ ਸਾਹਿਬ, ਮੇਰੇ ਦਿਮਾਗ 'ਚ ਉਹਦੀ ਗੱਲ ਆਈ ਇੱਕ, ਕਿ ਜਿੱਦਾਂ ਮੈਂ ਹੁਣ ਰਸਤਾ ਲੱਭਦਾ ਕਿ ਬੰਦੇ ਲਾਕਡਾਊਨ 'ਚ ਕੀ ਕਰ ਸਕਦੇ ਨੇ। ਤੁਸੀਂ DIY ਕਰੋ, ਆਪਣੇ ਰੂਮ ਦਾ ਸਟਾਈਲ ਚੇਂਜ ਕਰੋ, ਫਰਨੀਚਰ ਦਾ ਚੇਂਜ ਕਰੋ। ਇੱਕ ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਕਿ ਆਲਵੇਜ਼ ਇੱਕ ਦੂਜੇ ਨੂੰ ਰਿੰਗ ਕਰਕੇ ਤੁਸੀਂ ਗੱਲਬਾਤ ਕਰੋ, ਇੱਕ ਦੂਜੇ ਦਾ ਹਾਲ ਪੁੱਛੋ। ਉਹ ਮੇਰਾ ਐਟੀਟਿਊਡ ਥੋੜ੍ਹਾ ਚੇਂਜ ਹੋ ਗਿਆ, ਟੂ ਬੀ ਵੈਰੀ ਓਨੈਸਟ। ਮੈਂ ਲੋਕਾਂ ਨੂੰ ਡਿਸਕਰੇਜ ਨਹੀਂ ਕਰਦਾ ਕਾਲ ਕਰਨ ਨਾਲ,
ਕਈ ਦਫਾ ਤੁਸੀਂ ਇਦਾਂ ਦੇ ਬੰਦਿਆਂ ਨੂੰ ਰਿੰਗ ਕਰ ਲੈਂਦੇ ਹੀ ਸੋ ਨੈਗੇਟਿਵ ਕਿ ਜਿਹੜੀ ਤੁਹਾਨੂੰ ਵਰੀ ਹੈਗੀ ਡਿਪਰੈਸ਼ਨ ਹੋਰ ਵੱਧ ਜਾਂਦੀ ਹੈ ਡਾਕਟਰ ਸਾਹਿਬ। Honestly, ਇਹ ਮਜ਼ਾਕ ਨਹੀਂ ਹੈਗਾ, ਬੜੀ ਟਰੂ ਗੱਲ ਹੈਗੀ ਹੈ। ਮੇਰਾ ਪਰਸਨਲ ਐਕਸਪੀਰੀਅੰਸ ਲਾਸਟ ਨਾਈਟ ਮੈਂ ਸ਼ੋਅ ਕਰ ਰਿਹਾ ਸੀਗਾ, 9:30 ਵਜੇ ਤੋਂ ਪਹਿਲਾਂ ਮੈਨੂੰ ਕਿਸੇ ਦਾ ਫੋਨ ਆਇਆ, ਭਾਜੀ ਉਹਨੇ ਮੈਨੂੰ ਕੋਵਿਡ ਬਾਰੇ ਕੁਝ ਵੈਕਸੀਨ ਬਾਰੇ ਇੱਦਾਂ ਦੀ ਗੱਲਾਂ ਦੱਸੀਆਂ ਨਾ, ਮੈਂ ਕਿ ਉੱਦਾਂ ਦਾ ਇਨਸਾਨ ਹੈਗਾ ਨਾ ਕਿ ਮੇਰੇ ਦਿਮਾਗ 'ਚ ਗੱਲ ਬੈਠ ਜਾਂਦੀ ਹੈ, ਪਰ ਮੇਰੇ 'ਚ ਉਹ ਵੀ ਪਾਵਰ ਹੈਗੀ ਕਿ ਜੇ ਮੈਂ ਉਹ ਆਪਣਾ ਬ੍ਰੇਨ ਬੰਦ ਕਰਨਾ, ਉਹਨੂੰ ਮੈਂ ਬੰਦ ਵੀ ਕਰ ਸਕਦਾ, ਕੁਝ ਨਵਾਂ ਸੋਚ ਸਕਦਾ, ਪਰ ਥੋੜੀ ਦੇਰ ਲਈ ਬੰਦਾ ਡਿਸਟਰਬ ਰਹਿੰਦਾ ਹੈ। ਇਸ ਕਰਕੇ ਸੋਚ ਸਮਝ ਕੇ ਫੋਨ ਕਰੋ। ਤੁਹਾਨੂੰ ਪਤਾ ਤੁਹਾਡੇ ਬੰਦੇ ਜਿਹੜੇ ਪੋਜ਼ਿਟਿਵ ਹੈਗੇ ਨੇ, ਕੌਣ ਤੁਹਾਨੂੰ ਹਾਸੇ ਮਖੌਲ ਦੁੱਖ ਹੈਗਾ ਵਾਇਰਸ ਦਾ, ਆਫ ਕੋਰਸ ਦਾ ਹੋਲ ਵਰਲਡ ਇਜ਼ ਸਫਰਿੰਗ, ਨਾਟ ਓਨਲੀ UK। ਹਰ ਦਫਾ ਤੁਸੀਂ ਮੌਤਾਂ ਦੀ ਗੱਲ ਨਾ ਕਰੋ, ਕੀਪ ਐਨ ਆਈ ਆਫਟਰ ਫਿਊ ਡੇਜ਼, ਪਤਾ ਹੋਣਾ ਚਾਹੀਦਾ ਕਿ ਕੀ ਹੋ ਰਿਹਾ। ਜਦੋਂ ਮੌਤਾਂ ਘੱਟ ਜਾਂਦੀਆਂ ਨੇ, ਇਨਫੈਕਸ਼ਨ ਘੱਟ ਜਾਂਦੀ, ਤੁਹਾਨੂੰ ਪਤਾ ਲੱਗਦਾ ਕਿ ਵੀ ਵਾਕਿੰਗ ਇਨ ਦਾ ਰਾਈਟ ਡਾਇਰੈਕਸ਼ਨ। ਡਾਕਟਰ ਸਾਹਿਬ, ਇੱਦਾਂ ਦੀ ਚੀਜ਼ਾਂ 'ਚ ਲੋਕ ਜਿਹੜੇ ਵੀਕ ਮਾਈਂਡਡ ਆ ਉਹਨਾਂ ਤੋਂ ਬਹੁਤ ਇਫੈਕਟ ਕਰਦੀਆਂ ਚੀਜ਼ਾਂ। ਹਾਂਜੀ, ਵੀਕ ਮਾਈਂਡਡ ਲੋਕਾਂ ਤੇ ਇਫੈਕਟ ਜ਼ਿਆਦਾ ਪੈਂਦਾ ਹੈ ਤੇ ਉਹ ਜ਼ਿਆਦਾ ਘਬਰਾਹਟ ਵਿੱਚ ਆ ਜਾਂਦੇ, ਜ਼ਿਆਦਾ ਐਂਕਸ਼ੀਅਸ ਹੋ ਜਾਂਦੇ ਆ ਤੇ ਉਹੀ ਲੋਕੀ ਜਿਹੜੇ ਜ਼ਿਆਦਾ ਡਿਪਰੈਸ਼ਨ ਵਿੱਚ ਜਾ ਸਕਦੇ ਆ। ਸੋ ਜਿੱਦਾਂ ਤੁਸੀਂ ਕਹਿੰਦੇ ਕੇਅਰਫੁਲ ਹੋ ਕੇ ਰਹੋ, ਤੇ ਜਿਹੜੇ ਬੰਦੇ ਤੁਹਾਨੂੰ ਪਤਾ ਹੈ ਕਿ ਹਮੇਸ਼ਾ ਨੈਗੇਟਿਵ ਰਹਿੰਦੇ ਆ ਤੇ ਉਹਨਾਂ ਦੇ ਨਾਲ ਸੰਬੰਧ ਕੁਝ ਘੱਟ ਰੱਖੋ। ਭਾਜੀ ਆਨੈਸਟ ਕਹਿਣਾ ਬਹੁਤ ਇੰਪੋਰਟੈਂਟ ਹੈਗਾ। ਜਿੱਦਾਂ ਮੈਂ ਤੁਹਾਨੂੰ ਹੁਣ ਟਿਪ ਦੱਸੇ ਸੀਗੇ, ਜਿਹੜੇ ਥੋੜ੍ਹੇ ਜਿਹੜੇ ਆਪਣੇ ਟੌਪ ਟਿਪਸ ਹੈਗੇ ਨੇ ਟੂ ਕੋਪ ਵਿਦ ਐਂਗਜ਼ਾਇਟੀ। ਵੱਡੀ ਗੱਲ ਪਤਾ ਕੀ ਹੈਗੀ ਹੈ ਭਾਜੀ, ਮੈਂ ਹਮੇਸ਼ਾ ਕਹਿਣਾ ਹੁੰਦਾ, ਇਨਸਾਨ ਕਈ ਦਫਾ ਬੰਦੇ ਬੜੇ ਅਰਲੀ ਸਟੇਜ ਹੋ ਜਾਂਦੇ ਨੇ, ਉਹ ਕਿੱਥੋਂ ਸਟਾਰਟ ਕਰਦੇ, ਜੇ ਮੇਰੇ ਚੇਤੇ ਨੂੰ ਪਤਾ ਨਹੀਂ ਕੀ ਹੋ ਗਿਆ, ਮੈਂ ਉੱਪਰ ਜਾਣਾ, ਮੈਂ ਭੁੱਲ ਜਾਣਾ ਮੈਂ ਕਾਹਦੇ ਲਈ ਆਇਆ ਸੀਗਾ, ਮੈਂ ਕਰਨ ਲੱਗਾ, ਉੱਥੇ ਮੈਂ ਖੜਾ ਹੋ ਗਿਆ ਕਿਚਨ ਵਿੱਚ। ਥੋੜ੍ਹੇ ਬਹੁਤੇ ਸਾਈਨ ਹੈਗੇ ਨੇ, ਲੇਕਿਨ ਤੁਸੀਂ ਉਹਨੂੰ ਐਕਸੈਪਟ ਕਰਨਾ ਸਹੀ ਹੈਗਾ ਕਿ ਉਹਨੂੰ ਫਾਈਟ ਕਰਨਾ ਸਹੀ ਹੈਗਾ? ਨਹੀਂ, ਐਕਸੈਪਟ ਕਰਨ ਦੀ ਲੋੜ ਨਹੀਂ ਹੈਗੀ। ਪਹਿਲਾਂ ਤਾਂ ਚਲੋ ਤੁਸੀਂ ਰੀਅਲਾਈਜ਼ ਕਰੋ ਨਾ, ਤੁਹਾਡੇ ਹੋਸ਼ ਵਿੱਚ ਆਵੇ ਤੇ ਹਾਂ ਕੁਛ ਜੋ ਕੁਛ ਮੇਰੇ ਨਾਲ ਹੋ ਰਿਹਾ ਹੈ ਵੀ ਠੀਕ ਨਹੀਂ ਹੈਗਾ ਬੜਾ, ਤੇ ਕੋਈ ਨਾ ਕੋਈ ਚੇਂਜ ਆ ਰਿਹਾ, ਮੈਂ ਇਹਦੇ ਬਾਰੇ ਕੁਛ ਕਰਾਂ। ਹਾਂਜੀ, ਸੋ ਕੋਈ ਨਾ ਕੋਈ ਸਟੈਪ ਲੈਣਾ ਚਾਹੀਦਾ ਹੈ। ਫਿਰ ਤੁਸੀਂ ਆਪਣੀ ਡਾਇਟ ਦੇਖੋ ਜਾਂ ਤੁਸੀਂ ਆਪਣਾ ਦੇਖੋ ਕਿ ਤੁਹਾਨੂੰ ਕੋਈ ਕਿਹੜੀ ਸਟ੍ਰੈਸ ਹੈ, ਆਪਣਾ ਸਟ੍ਰੈਸ ਉਹਦਾ ਮੁਕਾਬਲਾ ਕਰੋ ਨਾ, ਕੋਈ ਸਟ੍ਰੈਸ ਦਾ ਹੱਲ ਕੋਈ ਲੱਭੋ। ਤੇ ਇਹ ਨਹੀਂ ਹੈਗਾ ਕਿ ਤੁਸੀਂ ਬਸ ਉਹਦੇ ਬਾਰੇ ਸੋਚੀ ਜਾਓ, ਬਸ ਉਹਦੇ ਵਿੱਚ ਹੀ ਡੁੱਬੇ ਰਹੋ। ਤੇ ਇੱਕ ਚੀਜ਼ ਹੈਗੀ ਭਾਜੀ, ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਬਹੁਤ ਐਕਸਰਸਾਈਜ਼ ਕਰਦੇ, ਕਈ ਵਾਰੀ ਤੁਸੀਂ ਨੋਟ ਕੀਤਾ ਹੋਣਾ, ਤੁਸੀਂ ਕੋਈ ਸਪੋਰਟਸ ਖੇਡਦੇ ਇੱਕ ਦਿਨ ਜਾਂ ਕੋਈ ਕਾਫੀ ਐਕਸਰਸਾਈਜ਼ ਕਰਦੇ ਨੇ, ਦੋਵੇਂ ਦਿਨ ਤੁਸੀਂ ਬਹੁਤ ਹੀ ਵਧੀਆ ਫੀਲਿੰਗ ਆਉਂਦਾ ਤੁਹਾਨੂੰ। ਹਾਂਜੀ, ਤੁਸੀਂ ਫੀਲ ਕਰਦੇ ਮੈਂ ਟੌਪ ਆਫ ਦਾ ਵਰਲਡ ਆ ਹਨਾ। ਤੇ ਇਸ ਕਰਕੇ ਹੁੰਦਾ ਤੁਹਾਡੀ ਬਾਡੀ ਵਿੱਚ ਐਕਸਰਸਾਈਜ਼ ਦੇ ਨਾਲ ਇੱਕ ਕੈਮੀਕਲ ਰਿਲੀਜ਼ ਹੁੰਦਾ ਬ੍ਰੇਨ ਵਿੱਚ, ਉਹਨੂੰ ਐਂਡੋਰਫਿਨ ਕਹਿੰਦੇ ਆ। ਤੇ ਉਹ ਏਦਾਂ ਦਾ ਹੁੰਦਾ ਜਿੱਦਾਂ ਦਾ ਇੱਕ ਫੀਮ ਖਾਧੀ ਹੋਵੇ ਨਾ, ਏਦਾਂ ਦਾ ਨਸ਼ਾ ਟਾਈਪ, ਉਹ ਵੀ ਸੇਮ ਹੀ ਟਾਈਪ ਫੀਲਿੰਗ ਆਉਂਦਾ ਹੈ ਉਸ ਵੇਲੇ। ਹਾਂਜੀ, ਤੇ ਐਂਡੋਰਫਿਨ ਸੇ ਬਹੁਤ ਇੰਪੋਰਟੈਂਟ ਆ। ਸੋ ਜੇ ਤੁਸੀਂ ਐਕਸਰਸਾਈਜ਼ ਚੰਗੀ ਕਰੋਗੇ ਨਾ, ਤੇ ਤੁਹਾਡਾ ਬ੍ਰੇਨ ਬਹੁਤ ਹੀ ਫਰੈਸ਼ ਫੀਲ ਕਰੂਗਾ, ਤੁਸੀਂ ਕਹਿਣਾ ਮੈਂ ਕੁਝ ਵੀ ਕਰ ਸਕਦਾ ਹਾਂ, ਏਦਾਂ ਦੀ ਫੀਲਿੰਗ ਆਉਂਦੀ ਹੈ। ਡਾਕਟਰ ਸਾਹਿਬ, ਇੱਕ ਦੂਜਾ ਬੜਾ ਇੰਪੋਰਟੈਂਟ ਇੱਥੇ ਲਿਖਿਆ, ਚੈਲੰਜ ਯੂਰ ਐਂਕਸ਼ੀਅਸ ਥਾਟਸ। ਕੋਈ ਤੁਹਾਨੂੰ ਐਂਕਸ਼ੀਅਸ ਥਾਟਸ ਹੈਗੇ ਨੇ, ਨੈਗੇਟਿਵ ਥਾਟ ਹੈਗੇ, ਤੁਸੀਂ ਉਹਨੂੰ ਚੈਲੰਜ ਕਰੋ ਇੰਸਟੈਡ ਆਫ ਐਕਸੈਪਟਿੰਗ ਕਿ ਹਾਂ ਜਿੱਦਾਂ ਲੋਟ ਆਫ ਕੰਸਪੀਰੇਸੀ ਹੋ ਰਹੀ ਹੈ, ਕਲਿੱਪਸ ਜਾ ਰਹੇ ਨੇ, ਕਿੰਨਾ ਕੁਝ ਵਾਇਰਲ ਹੋ ਰਹੀਆਂ ਨੇ, ਉਹਦੇ ਉੱਪਰ ਥੋੜਾ ਘੱਟ ਧਿਆਨ ਦੇਵੋ। ਹਾਂਜੀ, ਹਰ ਵੇਲੇ ਨਹੀਂ ਚਾਹੀਦਾ ਇਦਾਂ ਦੀ ਗੱਲਾਂ ਸੋਚਣੀਆਂ, ਕਿਉਂਕਿ ਜਿੰਨਾ ਤੁਸੀਂ ਜ਼ਿਆਦਾ ਸੋਚੀ ਜਾਓਗੇ ਉਨਾ ਤੁਸੀਂ ਨੈਗੇਟਿਵ 'ਚ ਜਾਈ ਜਾਓਗੇ। ਹਾਂਜੀ, ਜਿੰਨੀਆਂ ਨੈਗੇਟਿਵ ਚੀਜ਼ਾਂ ਬਹੁਤ ਅੱਜ ਕੱਲ੍ਹ ਦੁਨੀਆ ਵਿੱਚ, ਜਿੱਦਾਂ ਲੋਕੀ YouTube ਹੀ ਦੇਖੀ ਜਾਂਦੇ, ਹਟਦੇ ਨਹੀਂ ਸਾਰਾ ਦਿਨ, ਤੇ ਉਹ ਵੀ ਇੱਕ ਐਡਿਕਸ਼ਨ ਹੋ ਜਾਂਦਾ ਉਹਨਾਂ ਨੂੰ। ਤੇ YouTube ਤੇ ਤੁਹਾਨੂੰ ਪਤਾ ਖਾਸ ਕਰਕੇ ਕੰਸਪੀਰੇਸੀ ਥਿਊਰੀਜ਼ ਜ਼ਿਆਦਾ ਹੁੰਦੀਆਂ, ਨੈਗੇਟਿਵ ਚੀਜ਼ਾਂ ਜ਼ਿਆਦਾ ਆ, ਤੇ ਉਹਨਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ। ਕਿ ਜਿੱਦਾਂ ਦਾ ਤੁਸੀਂ ਦੇਖੀ ਜਾਂਦੇ, ਸੁਣੀ ਜਾਂਦੇ ਗੱਲਾਂ, ਉਹਨਾਂ ਤੁਹਾਡੇ ਜ਼ਿਆਦਾ ਪ੍ਰਭਾਵ ਪਈ ਜਾਂਦਾ ਉਹਦਾ। ਹਾਂਜੀ, ਸੋ ਤੁਹਾਡਾ ਬ੍ਰੇਨ ਏਦਾਂ ਦੀ ਚੀਜ਼ ਆ, ਉਹ ਸਪੰਜ ਵਰਗਾ ਆ, ਉਹ ਸਭ ਕੁਝ ਐਬਜ਼ੌਰਬ ਕਰੀ ਜਾਂਦਾ ਹੈ, ਮਹਿਸੂਸ ਕਰੀ ਜਾਂਦਾ ਹੈ। ਤੇ ਉਹ ਫਿਰ ਜਿੰਨਾ ਜ਼ਿਆਦਾ ਤੁਸੀਂ ਨੈਗੇਟਿਵ ਚੀਜ਼ਾਂ ਸੁਣਦੇ ਆ, ਉਹਨਾਂ ਤੁਹਾਡੇ ਸਰੀਰ ਤੇ ਨੈਗੇਟਿਵ, ਬ੍ਰੇਨ ਤੇ ਨੈਗੇਟਿਵ ਇਫੈਕਟ ਪੈਂਦਾ ਹੈ। ਡਾਕਟਰ ਸਾਹਿਬ, ਇੱਥੇ ਇੱਕ ਹੋਰ ਹੈਗਾ, ਗੈਟ ਗ੍ਰਿਪ ਵਿਦ ਯੋਰ ਪ੍ਰੋਬਲਮ। ਹੁਣ ਕਿਸੇ ਬੰਦੇ ਨੂੰ ਪ੍ਰੋਬਲਮ ਹੈਗੀ ਹੈ, ਮੈਨੂੰ ਇਹਦੇ ਸ਼ਾਰਟ 'ਚ ਲਿਖਿਆ, ਮੈਂ ਅੰਡਰਸਟੈਂਡ ਕਰਦਾ, ਮੀਨਿੰਗ ਗੈਟ ਗ੍ਰਿਪ ਤੁਹਾਡਾ ਪ੍ਰੋਬਲਮ, ਉਹਨੂੰ ਸੋਲਵ ਕਰਕੇ ਨਾ ਮੂਵ ਔਨ ਟੂ ਸਮਥਿੰਗ ਐਲਸ। ਅਗਰ ਤੁਸੀਂ ਇੱਕ ਇਸ਼ੂ ਦੇ ਵਿੱਚ, ਇੱਕ ਪ੍ਰੋਬਲਮ 'ਚ ਬੈਠੇ ਰਹਿੰਦੇ ਸੋਚਦੇ ਰਹਿੰਦੇ ਹੋ, ਉਹ ਤੇ ਤੁਸੀਂ ਆਪਣੇ ਦਿਮਾਗ ਨੂੰ, ਆਪਣੇ ਸਰੀਰ ਨੂੰ ਤਕਲੀਫ ਹੀ ਪਹੁੰਚਾ ਰਹੇ ਹੋ। ਬਿਲਕੁਲ ਬਿਲਕੁਲ। ਸੋ ਆਪਾਂ ਪ੍ਰੈਕਟਿਸ ਵਿੱਚ ਇੰਨੇ ਲੋਕੀ ਦੇਖੇ ਆ, ਤੇ ਉਹਨਾਂ ਵਿੱਚ ਕੋਈ ਪ੍ਰੋਬਲਮ ਆਉਂਦਾ ਹੈ ਘਰ ਵਿੱਚ, ਜੇ ਉਹਨਾਂ ਨੂੰ ਜਾਂ ਉਹਨਾਂ ਦੇ ਬੱਚੇ ਨੂੰ
ਹਾਂਜੀ, ਜਾਂ ਪਾਰਟਨਰ ਨੂੰ, ਤੇ ਉਹ ਪ੍ਰੋਬਲਮ ਬਾਰੇ ਫਿਕਰ ਕਰ ਕਰਕੇ ਆਪਣੇ ਆਪ ਨੂੰ ਬਿਮਾਰੀ ਕੋਈ ਨਾ ਕੋਈ ਸੀਰੀਅਸ ਬਿਮਾਰੀ ਲਵਾ ਲੈਂਦੇ ਆ। ਸੋ ਕਈ ਵਾਰੀ ਏਦਾਂ ਦੇਖਿਆ, ਕਿਸੇ ਨੂੰ ਹਾਰਟ ਅਟੈਕ ਹੋ ਜਾਂਦਾ ਹੈ, ਹਾਂਜੀ, ਕਿਸੇ ਨੂੰ ਸਾਹ ਦਾ ਪ੍ਰੋਬਲਮ ਹੋ ਜਾਂਦਾ ਹੈ, ਤੇ ਕਿਸੇ ਨੂੰ ਕੋਈ ਕਿਡਨੀ ਦਾ ਪ੍ਰੋਬਲਮ ਹੋ ਜਾਂਦਾ ਹੈ। ਜਦੋਂ ਅਸੀਂ ਹਿਸਟਰੀ ਸਾਰੀ ਲਈਦੀ ਆ, ਔਰ ਖਾਸ ਪਤਾ ਲੱਗਦਾ ਵੀ ਇਸ ਪ੍ਰੋਬਲਮ ਉਹਨਾਂ ਦੇ ਘਰ ਵਿੱਚ ਆਇਆ ਸੀ, ਤੇ ਉਹਦੇ ਬਾਰੇ ਉਹਨੇ ਬਹੁਤ ਹੀ ਫਿਕਰ ਕੀਤਾ, ਤੇ ਉਦੋਂ ਉਹਨਾਂ ਦੀ ਬਿਮਾਰੀ ਸ਼ੁਰੂ ਹੋ ਗਈ। ਭਾਜੀ ਹੁਣ ਲੋਕਡਾਊਨ ਦੇ ਵਿੱਚ ਤੁਹਾਨੂੰ ਪਤਾ ਕਿ ਬੜਾ ਮੁਸ਼ਕਿਲ ਹੈ, ਕਈ ਲੋਕ ਫੈਮਿਲੀ ਵਾਲੇ ਚਲੋ ਉਹਨਾਂ ਦਾ ਤਾਂ ਇਕੱਠੇ ਟਾਈਮ ਨਿਕਲ ਜਾਂਦਾ ਹੈ, ਖਾਂਦੇ ਪਕਾਉਂਦਿਆਂ ਦਾ, ਗੱਲਾਂ ਮਾਰਦਿਆਂ ਦਾ, ਅਤੇ ਬਾਕੀ ਇਕੱਲੇ ਬੰਦੇ ਜਿਹੜੇ ਹੈਗੇ ਨੇ, ਤੁਸੀਂ ਉਹਨਾਂ ਨੂੰ ਕੀ ਟਿਪਸ ਦੇਵੋਗੇ ਕਿ ਲੋਕਡਾਊਨ ਦੇ ਵਿੱਚ ਬੜੀ ਇੰਪੋਰਟੈਂਟ ਚੀਜ਼, ਪਹਿਲੀ ਗੱਲ ਤਾਂ ਮੈਂ ਆਪਣੇ ਵੱਲੋਂ ਕਹਾਂਗਾ ਕਿ ਤੁਸੀਂ ਆਪਣਾ ਪੈਟਰਨ ਬਿਲਡ ਕਰੋ ਕਿ ਯੂ ਮਸਟ ਗੈਟ ਅਪ अर्ਲੀ, ਜਿੰਨੇ ਵਜੇ 6 7 8 ਵਜੇ ਉੱਠੋ। ਬੇਸ਼ੱਕ ਤੁਸੀਂ ਕੁਛ ਨਹੀਂ ਕਰਨਾ, ਯੂ ਗੋਇੰ ਟੂ ਸਟੇ ਇਨਡੋਰਸ, ਸਿਸਟਮ ਬਣਾ ਲਓ ਕਿ ਕਿੰਨੇ ਵਜੇ ਸੌਣਾ, ਕਿੰਨੇ ਵਜੇ ਉੱਠਣਾ ਹੈ। ਸੋ ਉਹ ਬ੍ਰੇਨ ਵੀ ਤੁਹਾਡਾ ਟ੍ਰੇਨ ਹੋ ਜਾਂਦਾ, ਤੁਹਾਡੀ ਬੋਡੀ ਟ੍ਰੇਨ ਹੋ ਜਾਂਦੀ ਹੈ, ਦੈਨ ਉਹ ਪੈਟਰਨ ਬਣ ਜਾਂਦਾ, ਤੁਹਾਡੀ ਸਲੀਪ ਵੀ ਮਿਸ ਨਹੀਂ ਹੁੰਦੀ। ਹਾਂਜੀ, ਸੋ ਬਹੁਤ ਇੰਪੋਰਟੈਂਟ ਹੈ ਆਪਣਾ ਰੂਟੀਨ ਰੱਖਣਾ, ਜਿਹੜਾ ਰੂਟੀਨ ਆਪਣਾ ਖਰਾਬ ਨਾ ਕਰੋ। ਜਿੱਦਾਂ ਤੁਸੀਂ ਕਹਿੰਦੇ ਵੇਲੇ ਟਾਈਮ ਤੇ ਸੌਂਵੋ, ਤੇ ਵੇਲੇ ਨਾਲ ਤੁਸੀਂ ਉੱਠੋ, ਤੇ ਤੁਸੀਂ ਤੁਹਾਡੀ ਬੋਡੀ ਵੀ ਫਰੈਸ਼ ਫੀਲ ਕਰੋਗੇ, ਤੇ ਤੁਹਾਡਾ ਬ੍ਰੇਨ ਜਿਹੜਾ ਉਹ ਵੀ ਫਰੈਸ਼ ਫੀਲ ਕਰੇਗਾ। ਤੇ ਐਕਸਰਸਾਈਜ਼ ਜ਼ਰੂਰ ਕਰੋ, ਬਾਹਰ ਜਾ ਕੇ ਫਰੈਸ਼ ਏਅਰ ਜ਼ਰੂਰ ਲਓ, ਤੇ ਆਪਣੇ ਰਿਸ਼ਤੇਦਾਰਾਂ ਜਿਹੜੇ ਪੋਜ਼ਿਟਿਵ ਬੰਦੇ ਹੈਗੇ ਉਹਨਾਂ ਨਾਲ ਜ਼ਰੂਰ ਗੱਲ ਕਰੋ। ਕਦੇ ਕਿਸੇ ਨੂੰ ਫੋਨ ਕਰ ਲਓ, ਕਿਸੇ ਦਿਨ ਕਿਸੇ ਨੂੰ ਕਰ ਲਓ, ਟੱਚ, ਉਹ ਵੀ ਤੁਹਾਨੂੰ ਅਪਰੀਸ਼ੀਏਟ ਕਰਨਗੇ ਵੀ ਇਹਨੇ ਸਾਡਾ ਹਾਲ ਪੁੱਛਿਆ, ਜਾਂ ਸਾਡਾ ਚਿਰ ਬਾਅਦ ਸਾਨੂੰ ਇਹਨੇ ਯਾਦ ਕੀਤਾ, ਤੇ ਉਹਨਾਂ ਦਾ ਵੀ ਟਾਈਮ ਪਾਸ ਹੋ ਜਾਊਗਾ, ਤੁਹਾਡਾ ਵੀ ਟਾਈਮ ਪਾਸ ਹੋ ਜਾਊਗਾ। ਤੇ ਤੁਸੀਂ ਆਪਣਾ ਖਾਣਾ ਬਣਾਓ, ਤੇ ਤੁਸੀਂ ਥੋੜੀ ਐਕਸਪੈਰੀਮੈਂਟ ਕਰ ਸਕਦੇ ਹੋ। ਤੁਸੀਂ ਕੋਈ ਚਾਈਨੀਜ਼ ਮੀਲ ਟਰਾਈ ਕਰ ਲਓ, ਕੋਈ ਗ੍ਰੀਕ ਮੀਲ, ਕੋਈ ਨਾ ਕੋਈ ਫੂਡ, ਆਪਣੇ ਡਿਫਰੈਂਟ ਫੂਡ ਟਰਾਈ ਕਰੋ, ਤੇ ਏਦਾਂ ਤੁਹਾਡਾ ਵੀ ਇੰਟਰਸਟ ਵਧਿਆ ਰਹਿੰਦਾ ਹੈ। ਤੇ ਤੁਸੀਂ ਆਪਣਾ ਲਾਈਫ ਬੋਰਿੰਗ ਨਾ ਕਰੋ, ਥੋੜਾ ਕਿਸੇ ਨਾ ਕਿਸੇ ਤਰ੍ਹਾਂ ਇੰਟਰਸਟਿੰਗ ਬਣਾਓ, ਤੇ ਕੋਈ ਆਪਣਾ ਮਿਊਜ਼ਿਕ ਵਜਾਉਣਾ ਸਿੱਖ ਲਓ, ਕੁਛ ਨਾ ਕੁਛ ਆਪਣੀ ਨਵੀਂ ਚੀਜ਼ ਕੋਈ ਨਾ ਕੋਈ ਜ਼ਰੂਰ ਸਿੱਖੋ। ਤੇ ਜਦੋਂ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਤੁਸੀਂ ਕੋਸ਼ਿਸ਼ ਕਰਦੇ ਆ, ਉਹਦੇ ਨਾਲ ਤੁਹਾਡੇ ਬ੍ਰੇਨ ਸੈੱਲ ਜਿਹੜੇ ਵੱਧਦੇ ਆ। ਹਾਂਜੀ, ਨਵੀਂ ਐਕਟੀਵਿਟੀ ਕੋਈ ਤੁਸੀਂ ਸ਼ੁਰੂ ਕਰਦੇ ਆ, ਪਰ ਇਹ ਸਾਇੰਟੀਫਿਕਲੀ ਪ੍ਰੂਵ ਹੋ ਚੁੱਕਾ, ਤੇ ਤੁਹਾਡਾ ਬ੍ਰੇਨ ਜ਼ਿਆਦਾ ਐਕਟਿਵ ਹੁੰਦਾ ਹੈ, ਤੇ ਬ੍ਰੇਨ ਸੈੱਲ ਵੱਧਦੇ ਆ, ਤੁਹਾਡੀ ਮੈਮਰੀ ਵੱਧਦੀ ਆ, ਯਾਦਾਸ਼ਤ ਚੰਗੀ ਰਹਿੰਦੀ ਆ। ਤੇ ਜੇ ਤੁਸੀਂ ਡਲ ਜਿਹਾ ਰਹਿੰਦੇ ਹਰ ਵੇਲੇ, ਟੀਵੀ ਦੇ ਸਕਰੀਨ ਮੂਹਰੇ ਬੈਠੇ ਰਹਿੰਦੇ ਸਾਰਾ ਦਿਨ, ਉਹਨਾਂ ਤੁਹਾਡਾ ਬ੍ਰੇਨ ਐਕਟੀਵਿਟੀ ਘੱਟ ਜਾਂਦਾ ਹੈ, ਤੁਸੀਂ ਡਲ ਹੋ ਜਾਂਦੇ ਆ, ਤੇ ਉਹਨਾਂ ਹੀ ਤੁਹਾਡਾ ਯਾਦਾਸ਼ਤ ਜਾਂਦੀ ਲੱਗਦੀ ਹੈ, ਤੇ ਤੁਸੀਂ ਡਿਪਰੈਸ਼ਨ 'ਚ ਜਾਣ ਦਾ ਚਾਂਸ ਵੱਧ ਜਾਂਦਾ। ਡਾਕਟਰ ਸਾਹਿਬ, ਜਿਹੜੀ ਕੌਨਸਟੀਪੇਸ਼ਨ ਹੈਗੀ ਹੈ, ਇਹ ਕਾਫੀ ਨੁਕਸਾਨ ਪਹੁੰਚਾਉਂਦੀ ਹੈ ਤੁਹਾਡੇ ਅੰਦਰ ਜਿਸਮ ਨੂੰ, ਇਹਦੇ ਨਾਲ ਬ੍ਰੇਨ ਨੂੰ ਕੋਈ ਇਫੈਕਟ ਹੁੰਦਾ ਕੁਛ ਉਹਦੇ ਨਾਲ ਨੈਚੁਰਲੀ? ਜਦੋਂ ਤੁਹਾਨੂੰ ਕੌਨਸਟੀਪੇਸ਼ਨ ਹੈਗੀ, ਕਈ ਦਿਨ ਤੁਸੀਂ ਨਹੀਂ ਜਾਂਦੇ ਬੋਲਸ ਐਮਟੀ ਕਰਨ ਲਈ, ਇਹ ਆਮ ਸ਼ੋਰ ਉਹਦਾ ਜਿਹੜੀ ਅੰਦਰ ਹੈਗੀ ਉਹ ਦਿਮਾਗ ਨੂੰ ਤਾਂ ਚੜ੍ਹਦੀ, ਕੁਛ ਹੋਏਗਾ ਜ਼ਰੂਰ। ਹਾਂ, ਸੋ ਜਿਹੜੇ ਟੌਕਸਿਨਸ ਆ ਉਹ ਤੁਹਾਡੇ ਅੰਦਰ ਜਮ੍ਹਾਂ ਹੁੰਦੇ ਰਹਿੰਦੇ ਆ। ਸੋ ਟੌਕਸਿਨਸ ਕਿਸੇ ਵੀ ਆਰਗਨ ਵਿੱਚ ਜਾ ਸਕਦੇ ਆ, ਤੇ ਉੱਥੇ ਤੁਹਾਨੂੰ ਪ੍ਰੋਬਲਮ ਪੈ ਸਕਦੀ ਹੈ। ਤੇ ਤੁਸੀਂ ਆਪਣੇ ਆਪ ਜਦੋਂ ਕੌਨਸਟੀਪੇਸ਼ਨ ਹੁੰਦੀ, ਤੁਸੀਂ ਕੰਫਰਟੇਬਲ ਫੀਲ ਕਰਦੇ ਨਹੀਂ ਹੈਗੇ, ਤੁਹਾਨੂੰ ਅਨਕੰਫਰਟੇਬਲ ਜਿਹਾ ਫੀਲਿੰਗ ਆਉਂਦਾ ਰਹਿੰਦਾ, ਬਿਕੋਜ਼ ਸਹੀ ਨਹੀਂ ਹੈਗਾ, ਮੈਂ ਫੀਲ ਕਰਦਾ ਨਹੀਂ। ਤੇ ਇਹਦੇ ਨਾਲ ਤੁਸੀਂ ਥੋੜ੍ਹਾ ਜਿਹਾ ਇਰੀਟੇਬਲ ਵੀ ਹੋ ਸਕਦੇ, ਇਰੀਟੇਸ਼ਨ ਵੀ ਆ ਸਕਦੀ ਆ, ਫਿਰ ਚਿੜਚਿੜਾ ਜਿਹਾ ਬੰਦਾ ਰਹਿੰਦਾ, ਫਿਰ ਜਦੋਂ ਉਹਦੀ ਬੋਡੀ ਸਫਾਈ ਨਹੀਂ ਹੁੰਦੀ ਹੈਗੀ, ਤੇ ਡਿਪਰੈਸ਼ਨ ਵੀ ਹੋ ਸਕਦਾ ਹੈ, ਖਿਝ ਵੀ ਆ ਸਕਦੀ ਆ। ਤੇ ਜਦੋਂ ਬੋਡੀ ਐਨ ਪ੍ਰੋਪਰ ਫੰਕਸ਼ਨ ਚੱਲਦੀ ਆ, ਤੁਸੀਂ ਫਿਰ ਖੁਸ਼ ਹੁੰਦੇ ਆ, ਤੇ ਸਰੀਰ ਐਨ ਸਹੀ ਚੱਲ ਰਿਹਾ, ਤੇ ਉਹਦੀ ਸਫਾਈ ਜਿਹੜੀ ਕਰਦੇ ਉਹ ਨਿਕਲ ਜਾਂਦਾ ਬਾਹਰ। ਡਾਕਟਰ ਸਾਹਿਬ, ਜਿੱਦਾਂ ਕਹਿੰਦੇ ਨੇ ਇੰਗਲਿਸ਼ ਵਿੱਚ, ਇਟਸ ਈਜ਼ੀ ਸੇਇੰਗ ਦੈਨ ਡੂਇੰਗ ਇਟ, ਕਿਉਂਕਿ ਕਹਿਣਾ ਬੜਾ ਆਸਾਨ ਹੁੰਦਾ, ਕਰਨਾ ਮੁਸ਼ਕਿਲ ਹੁੰਦਾ ਹੈ। ਹੁਣ ਅਗੇਨ ਮੈਂ ਵਾਪਸ ਲੋਕਡਾਊਨ ਦੀ ਗੱਲ ਕਰਾਂ, ਮੇਨ ਪ੍ਰੋਬਲਮ ਲੋਕਾਂ ਦੀ ਫਾਈਨੈਂਸ ਐਂਡ ਜੋਬ ਇੰਪਲੋਇਮੈਂਟ ਦੀ ਹੈਗੀ ਹੈ। ਔਰ ਦੂਸਰੀ ਦਫਾ ਮੈਂ ਦੱਸਿਆ ਜਿਹੜੇ ਟੌਪ ਟਿਪ ਸੀਗੇ ਕਿ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਆ, ਤੁਸੀਂ ਉਹਨੂੰ ਫਾਈਟ ਕਰੋ, ਉਹਨੂੰ ਚੈਲੰਜ ਕਰੋ, ਉਹਨੂੰ ਐਕਸੈਪਟ ਨਾ ਕਰੋ ਕਿ ਮੈਨੂੰ ਇੱਦਾਂ ਹੋ ਰਿਹਾ। ਪਰ ਜੇ ਤੁਹਾਨੂੰ ਫਾਈਨੈਂਸ ਦੀ ਪ੍ਰੋਬਲਮ ਹੈਗੀ ਹੈ ਐਂਡ ਤੁਹਾਨੂੰ ਇੰਪਲੋਇਮੈਂਟ ਦੀ ਹੈਗੀ ਆ, ਡਾਕਟਰ ਸਾਹਿਬ ਕਿਉਂਕਿ ਫਿਊਚਰ ਹਾਲੇ ਬੜਾ ਬਲਿੰਕ ਹੈਗਾ, ਪਤਾ ਨਹੀਂ ਕਿੱਧਰ ਜਾ ਰਿਹਾ, ਉਹ ਬੰਦਾ ਆਪਣਾ ਮਾਈਂਡ ਕਿੱਦਾਂ ਜਿੱਦਾਂ ਮੈਂ ਕਹਿੰਦਾ ਬੜਾ ਆਸਾਨ ਹੈ ਕਹਿਣਾ, ਲੇਕਿਨ ਕਰਨਾ ਬੜਾ ਮੁਸ਼ਕਿਲ ਹੈ। ਇੱਦਾਂ ਦੇ ਹਾਲਾਤ ਦੇ ਵਿੱਚ ਤੇ ਹੁਣ ਆਪਣੇ ਆਪ ਨੂੰ ਬੰਦੇ ਹੈਲਪ ਨਹੀਂ ਕਰ ਸਕਦੇ। ਹਾਂਜੀ ਭਾਈ, ਸੋ ਮੈਂ ਗੱਲ ਇਹ ਮੰਨਦਾ ਹੈ ਵੀ ਕਹਿਣਾ ਸੌਖਾ ਹੈ ਤੇ ਕਰਨਾ ਔਖਾ ਹੈ, ਬਿਲਕੁਲ ਗੱਲ ਠੀਕ ਹੈ। ਤੇ ਪਰ ਏਦਾਂ ਹੈਗਾ ਵੀ ਇਸ ਮੁਲਕ ਦੇ ਵਿੱਚ ਤੁਹਾਨੂੰ ਫਿਰ ਵੀ ਸਪੋਰਟ ਮਿਲਦਾ ਹੈਗਾ। ਹਾਂਜੀ, ਜੇ ਹੁਣ ਆਪਾਂ ਇੰਡੀਆ ਵਿੱਚ ਦੇਖੀਏ, ਉੱਥੇ ਤੁਹਾਨੂੰ ਕੋਈ ਇਨਕਮ ਸਪੋਰਟ ਤਾਂ ਨਹੀਂ ਮਿਲਦਾ ਹੈਗਾ, ਉੱਥੇ ਤੁਹਾਨੂੰ ਕੋਈ ਘਰ ਤਾਂ ਨਹੀਂ ਮਿਲਦਾ ਹੈਗਾ, ਰੈਂਟ ਹਾਊਸ ਦਾ ਹਾਊਸ ਤਾਂ ਨਹੀਂ ਮਿਲਦਾ ਹੈਗਾ,
ਤੇ ਇੱਥੇ ਸਭ ਕੁਝ ਸਾਨੂੰ ਕੋਈ ਨਾ ਕੋਈ ਸਪੋਰਟ ਤਾਂ ਮਿਲਦਾ ਹੀ ਹੈਗਾ ਹਨਾ। ਏਦਾਂ ਤਾਂ ਨਹੀਂ ਹੈਗਾ ਵੀ ਸਾਨੂੰ ਕੋਈ ਬਿਲਕੁਲ ਸਪੋਰਟ ਹੈ ਨਹੀਂਗਾ, ਤੇ ਖਾਣ ਪੀਣ ਨੂੰ ਤਾਂ ਬੰਦੇ ਨੂੰ ਇੱਥੇ ਮਿਲਦਾ ਹੀ ਆ ਹਨਾ। ਠੀਕ ਆ, ਅਸੀਂ ਸਾਰੇ ਚਾਹੁੰਦੇ ਹਾਂ ਵੀ ਸਾਡੇ ਕੋਈ ਨਾ ਫਾਈਨੈਂਸਿਸ ਹੋਣ, ਤੇ ਜਦੋਂ ਸਡਨਲੀ ਹੋ ਜਾਂਦਾ ਇੱਕਦਮ ਵੀ ਸਾਡੇ ਫਾਈਨੈਂਸ ਘਟ ਜਾਂਦੇ ਆ, ਸਾਹਮਣੇ ਸੱਟ ਤਾਂ ਲੱਗਦੀ ਆ, ਔਖਾ ਟਾਈਮ ਤਾਂ ਜ਼ਰੂਰ ਆਉਂਦਾ ਹੈ, ਪਰ ਇਸ ਮੁਲਕ ਵਿੱਚ ਕੋਈ ਭੁੱਖਾ ਤਾਂ ਨਹੀਂ ਮਰਦਾ ਹਨਾ। ਡਾਕਟਰ ਸਾਹਿਬ ਹੁਣ ਫਿਰ ਵਾਪਸ ਆਵਾਂ, ਜਦੋਂ ਲੋਕ ਛੋਟੇ ਫਲੈਟਾਂ 'ਚ ਰਹਿੰਦੇ ਨੇ 24/7 ਉਹਨਾਂ ਦੀ ਹੀਟਿੰਗ ਚੱਲਦੀ ਹੈ, ਵਿੰਡੋ ਨਹੀਂ ਖੋਲਦੇ, ਆਮ ਸ਼ੋਰ ਉਹ ਵੀ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਹੀ ਪਹੁੰਚਾਉਂਦਾ, ਬਿਕੋਜ਼ ਦੇयर इज नो ਫਰੈਸ਼ ਏਅਰ ਕਮਿੰਗ ਇਨਟੂ ਦਾ ਹਾਊਸ। ਹਾਂਜੀ, ਫਰੈਸ਼ ਏਅਰ ਜ਼ਰੂਰੀ ਹੈ ਭਾਜੀ। ਦੇਖੋ ਅਸੀਂ ਜਦੋਂ ਸਾਹ ਲੈਂਦੇ ਹਾਂ ਨਾ, ਤੇ ਅਸੀਂ ਆਕਸੀਜਨ ਅੰਦਰ ਲੈਂਦੇ ਬੋਡੀ ਤੇ ਉਹ ਆਕਸੀਜਨ ਯੂਜ਼ ਕਰਕੇ ਕਾਰਬਨ ਡਾਈਆਕਸਾਈਡ ਅਸੀਂ ਬਾਹਰ ਨੂੰ ਸਾਹ ਕੱਢਦੇ ਹਾਂ। ਹਾਂਜੀ, ਤੇ ਜਿਹੜੇ ਦਰਖਤ ਆ ਜਾਂ ਹਰਿਆਈ ਆ, ਉਹ ਉਹੀ ਕਾਰਬਨ ਡਾਈਆਕਸਾਈਡ ਅੰਦਰ ਲੈਂਦੇ ਆ, ਉਹਨੂੰ ਪ੍ਰੋਸੈਸ ਕਰਕੇ ਆਕਸੀਜਨ ਬਾਹਰ ਕੱਢਦੇ ਆ। ਹਾਂਜੀ, ਸੋ ਜੇ ਤੁਸੀਂ ਅੰਦਰ ਹੀ ਰਹਿੰਦੇ ਆ, ਵਿੰਡੋ ਨਹੀਂ ਖੋਲਦੇ ਹੈਗੇ, ਤੁਹਾਡੀ ਕਾਰਬਨ ਡਾਈਆਕਸਾਈਡ ਜਿਹੜਾ ਉਹ ਜਮਾ ਹੋਈ ਜਾਂਦਾ ਹੈ, ਆਕਸੀਜਨ ਘਟੀ ਜਾਂਦੀ ਹੈ। ਤੇ ਆਕਸੀਜਨ ਤੁਹਾਡੇ ਬ੍ਰੇਨ ਨੂੰ, ਤੁਹਾਡੇ ਸਰੀਰ ਨੂੰ, ਹਰੇਕ ਸੈੱਲ ਤੁਹਾਡੇ ਬਾਡੀ ਵਿੱਚ ਜਿਹੜਾ ਉਹਨੂੰ ਆਕਸੀਜਨ ਦੀ ਲੋੜ ਆ। ਆਕਸੀਜਨ ਨਾਲ ਅਸੀਂ ਜੀਂਦੇ ਹਾਂ, ਜੇ ਘਟੀ ਜਾਂਦੀ ਹੈ ਫਿਰ ਤੁਹਾਡਾ ਬ੍ਰੇਨ ਆਟੋਮੈਟਿਕਲੀ ਡਲ ਹੋਣਾ ਹੈ। ਸੋ ਇਹ ਜ਼ਰੂਰੀ ਆ, ਤੁਸੀਂ ਇੱਕ ਵਾਰੀ ਰੋਜ਼ ਆਪਣਾ ਵਿੰਡੋ ਖੋਲ ਕੇ ਫਰੈਸ਼ ਏਅਰ ਜ਼ਰੂਰ ਪਾਓ। ਤੇ ਇਸੇ ਕਰਕੇ ਇੱਥੇ ਇੰਗਲੈਂਡ ਵਿੱਚ ਹੁੰਦਾ ਸੀ ਕਿ ਜਦੋਂ ਵਿਕਟੋਰੀਅਨ ਟਾਈਮਸ ਜਦੋਂ ਬਿਲਡਿੰਗ ਸ਼ੁਰੂ ਨਹੀਂ ਕੀਤੀਆਂ, ਤੇ ਉਹ ਹਮੇਸ਼ਾ ਜਗ੍ਹਾ ਇੱਕ ਰੱਖਦੇ ਹੁੰਦੇ ਸੀ ਪਾਰਕ ਵਾਸਤੇ, ਉੱਥੇ ਵੀ ਬੂਟੇ ਲਾਉਣੇ ਜਾਂ ਦਰਖਤ ਲਾਉਣੇ, ਤੇ ਉਹ ਕਿਉਂਕਿ ਆਕਸੀਜਨ ਮਿਲਦੀ ਸੀ ਉਹਨਾਂ ਤੋਂ, ਤੇ ਇਹ ਜ਼ਰੂਰੀ ਸੀਗਾ ਪਿਆ। ਹੁਣ ਜਿੱਦਾਂ ਇੰਡੀਆ ਵਿੱਚ ਤੁਹਾਨੂੰ ਦੇਖਿਆ ਕਿ ਜਿਹੜੇ ਵੱਡੇ ਸ਼ਹਿਰ ਆ, ਫਿਰ ਉੱਥੇ ਉਹ ਬਹੁਤ ਨਹੀਂ ਕਰਦੇ ਪਾਰਕਾਂ ਦੇ, ਬਸ ਸਕਾਈ ਸਕ੍ਰੇਪਰ ਬਣਾਈ ਜਾਂਦੇ, ਬਿਲਡਿੰਗਾਂ ਬਣਾਈ ਜਾਂਦੇ, ਤੇ ਉਹ ਲੋਕਾਂ ਦੀ ਸਿਹਤ ਖਰਾਬ ਹੋਈ ਜਾਂਦੀ ਹੈ, ਉੱਥੇ ਕਰਕੇ ਪੋਲੂਸ਼ਨ ਵਧੀ ਜਾਂਦੀ ਹੈ, ਆਕਸੀਜਨ ਘਟੀ ਜਾਂਦੀ ਹੈ। ਡਾਕਟਰ ਸਾਹਿਬ ਮਾਫੀ ਚਾਹਾਂਗਾ, ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਆਈ ਥਿੰਕ ਦ ਸ਼ੋ ਵਾਸ ਕੁਆਇਟ ਗੁੱਡ, ਬੜਾ ਇਨਫੋਰਮੇਟਿਵ ਸੀਗਾ। ਅਸੀਂ 2-3 ਵੀਕ ਆਪਣੇ ਬ੍ਰੇਨ ਉੱਪਰ ਗੱਲਬਾਤ ਕੀਤੀ, ਡਿਪਰੈਸ਼ਨ ਦੀ ਗੱਲ ਕੀਤੀ ਹੈ, ਤੇ ਪਲੀਜ਼ ਮੇਰਾ ਟੈਲੀਫੋਨ ਨੰਬਰ 0121551001 ਤੇ ਕਾਲ ਕਰੀ ਜਾਵੋ। ਦ ਲਾਈਨਸ ਆਰ ਕੁਆਇਟ ਬਿਜ਼ੀ। ਹਰ ਵੀਕ ਮੰਗਲਵਾਰ ਨੂੰ 11 ਤੋਂ 12 ਡਾਕਟਰ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਹੈ। ਅਸੀਂ ਡਿਫਰੈਂਟ ਸਬਜੈਕਟ ਟਾਕ ਕਰਦੇ ਹਾਂ। ਅਸੀਂ 2-3 ਵੀਕਾਂ ਆਪਣਾ ਡਿਪਰੈਸ਼ਨ ਦਾ ਅਤੇ ਬ੍ਰੇਨ ਦਾ ਗੱਲ ਕਰਦੇ ਨੇ, ਬਿਕੋਜ਼ ਲੋਕਡਾਊਨ ਕਰਕੇ ਲੋਕੀ ਕਾਫੀ ਸਫਰ ਕਰ ਰਹੇ ਨੇ। ਪਲੀਜ਼ ਤੁਸੀਂ ਫੀਡਬੈਕ ਆਪਣੀ ਜ਼ਰੂਰ ਦਿਆ ਕਰੋ, ਔਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੱਸੋ, ਅਸੀਂ ਕਿਹਦੇ ਉੱਪਰ ਗੱਲ ਕਰੀਏ। ਤੇ ਨੈਕਸਟ ਵੀਕ ਸੇਮ ਟਾਈਮ ਫਿਰ ਤੋਂ ਨਾਲ ਮੁਲਾਕਾਤ ਹੋਏਗੀ। ਤਬ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले